ਰੋਜ਼ਾਨਾ ਲੋਕ ਨਾਦ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਇੱਕ ਅਹਿਮ ਮਸਲੇ ਤੇ। ਗੱਲਬਾਤ ਕਰਾਂਗੇ 1975 ਦੇ ਵਿੱਚ ਜਿਹੜੀ ਇੰਦਰਾ ਗਾਂਧੀ ਸਰਕਾਰ ਦੇ ਵੱਲੋਂ ਐਮਰਜੈਂਸੀ ਲਗਾਈ ਗਈ ਸੀ, ਜਿਸ ਨੂੰ ਅੱਜ ਵੀ ਲੋਕ ਯਾਦ ਕਰਦੇ ਨੇ। ਲੋਕ ਮੰਨਦੇ ਨੇ ਕਿ ਉਹ ਲੋਕਤੰਤਰ ਦੇ ਲਈ, ਸਾਡੇ ਭਾਰਤ ਦੇ ਲੋਕਤੰਤਰ ਦੇ ਲਈ ਉਹ ਮਾੜਾ ਸਮਾਂ ਸੀ ਜਿਹੜਾ ਫੈਸਲਾ ਇੰਦਰਾ ਗਾਂਧੀ ਦੇ ਵੱਲੋਂ ਲਿਆ ਗਿਆ ਸੀ। ਹਾਲਾਂਕਿ ਇਹ ਵੀ ਕਿਹਾ ਜਾਂਦਾ ਹੈ ਕਿ ਉਸ ਫੈਸਲੇ ਤੋਂ ਕੁਝ ਲੋਕ ਖੁਸ਼ ਵੀ ਸੀ, ਪਰ ਅਜਿਹਾ ਕੀ ਗੱਲਬਾਤ ਹੋਈ ਹੈ ਕਿ ਤਕਰੀਬਨ 35-36 ਸਾਲਾਂ ਤੋਂ ਬਾਅਦ ਇੰਦਰਾ ਗਾਂਧੀ ਦੇ ਪੋਤੇ ਜਿਹੜੇ ਰਾਹੁਲ ਗਾਂਧੀ ਦੇ ਵੱਲੋਂ ਇਸ ਫੈਸਲੇ ਲਈ, ਆਪਣੀ ਦਾਦੀ ਦੇ ਵੱਲੋਂ ਲਏ ਗਏ ਇਸ ਫੈਸਲੇ ਲਈ ਕਿ 1975 ਦੇ ਵਿੱਚ ਐਮਰਜੈਂਸੀ ਲਗਾਉਣ ਨੂੰ ਅੱਜ ਗਲਤ ਮੰਨਿਆ। ਇਸ ਪੂਰੇ ਮਾਮਲੇ ਦੇ ਉੱਪਰ ਗੱਲਬਾਤ ਕਰਾਂਗੇ, ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ 1975 ਦੇ ਵਿੱਚ ਆਖਿਰ ਇੰਦਰਾ ਗਾਂਧੀ ਨੂੰ ਐਮਰਜੈਂਸੀ ਕਿਉਂ ਲਗਾਉਣੀ ਪਈ, ਕੀ ਹਾਲਾਤ ਬਣੇ ਸੀ ਜਿਸ ਦੇ ਵਿੱਚ ਐਮਰਜੈਂਸੀ ਲਗਾਉਣੀ ਪਈ ਹੈ, ਤੇ ਅੱਜ ਦੇ ਹਾਲਾਤ ਕਿਹੋ ਜਿਹੇ ਨੇ। ਕਿਉਂਕਿ ਵੱਖ-ਵੱਖ ਸਮੇਂ ਦੇ ਉੱਪਰ ਇੱਕ ਤਰੀਕੇ ਦੇ ਨਾਲ ਕਿਆਸ ਰਾਈਆਂ ਲਗਾਈਆਂ ਜਾਂਦੀਆਂ ਨੇ ਕਿ ਮੋਦੀ ਸਰਕਾਰ ਨੇ ਦੇਸ਼ ਦੇ ਵਿੱਚ ਜਿਹੇ ਜਿਹੇ ਹਾਲਾਤ ਖੜੇ ਕਰ ਦਿੱਤੇ ਆ, ਐਮਰਜੈਂਸੀ ਵਰਗੇ ਹਾਲਾਤ ਨਹੀਂ। ਤਾਂ ਉਹ ਸਮਾਂ ਕਿਹੋ ਜਿਹਾ ਸੀਗਾ 1975 ਦਾ ਜਦੋਂ ਇਹ ਐਮਰਜੈਂਸੀ ਲੱਗੀ ਸੀ, ਤੇ ਅੱਜ ਕੀ ਹਾਲਾਤ ਨੇ ਦੋਨਾਂ ਨੂੰ ਆਪਸ ਦੇ ਵਿੱਚ ਮੇਲ ਖਾਂਦਿਆਂ ਹੋਇਆਂ, ਤੇ ਰਾਹੁਲ ਗਾਂਧੀ ਨੇ ਕਿਉਂ ਤਕਰੀਬਨ 35-36 ਸਾਲਾਂ ਤੋਂ ਬਾਅਦ ਆਪਣੀ ਦਾਦੀ ਦੇ ਉਸ ਫੈਸਲੇ ਨੂੰ ਗਲਤ ਦੱਸਿਆ। ਇਸ ਪੂਰੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ, ਤੇ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਰਹਿਣਗੇ ਸਾਡੇ ਸੀਨੀਅਰ ਸਹਿਯੋਗੀ ਪ੍ਰੋਫੈਸਰ PS ਭੋਗਲ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਭੋਗਲ ਸਾਹਿਬ, ਸਵਾਗਤ ਹੈ ਰੋਜ਼ਾਨਾ ਲੋਕ ਨਾਦ ਟੀਵੀ ਤੇ। ਥੈਂਕ ਯੂ ਸੁਖਵਿੰਦਰ, ਔਰ ਸਾਡੇ ਦਰਸ਼ਕਾਂ ਦਾ ਵੀ ਬਹੁਤ-ਬਹੁਤ ਸਵਾਗਤ। ਤੁਸੀਂ 1975 ਦੇ ਵਿੱਚ ਜਿਹੜੀ ਐਮਰਜੈਂਸੀ ਲਗਾਈ ਗਈ ਸਾਡੇ ਦੇਸ਼ ਦੇ ਵਿੱਚ, ਉਸ ਦਾ ਜ਼ਿਕਰ ਕੀਤਾ, ਔਰ ਮੇਰੀਆਂ ਵੀ ਕੁਝ ਯਾਦਾਂ ਉਸ ਵਕਤ ਨਾਲ ਜਿਹੜੀਆਂ ਜੁੜੀਆਂ। ਹਾਲਾਂਕਿ ਮੈਂ ਉਸ ਵੇਲੇ ਸਕੂਲ ਗੋਇੰਗ ਸਟੂਡੈਂਟ ਸੀਗਾ, ਔਰ ਮੇਰੀਆਂ ਕੁਝ ਯਾਦਾਂ ਜਿਹੜੀਆਂ ਉਸ ਵੇਲੇ ਦੀਆਂ ਤਾਜ਼ਾ ਉਸ ਦੇ ਨਾਲ ਹੋ ਰਹੀਆਂ। ਭੋਗਲ ਸਾਹਿਬ, ਇਹ ਬਿਲਕੁਲ ਤੁਹਾਡੀ ਏਜ ਉਸ ਸਮੇਂ ਕਿੰਨੀ ਕੁ ਸੀ ਤੇ ਕਿਹੜੀ ਕਲਾਸ ਦੇ ਵਿੱਚ ਪੜ੍ਹਦੇ ਸੀ? ਮੇਰਾ ਖਿਆਲ ਮੈਂ ਉਸ ਵੇਲੇ 8th ਸਟੈਂਡਰਡ ਸੀਗਾ, ਤੇ 12 ਸਾਲ ਦੀ ਮੇਰੀ ਏਜ ਜਿਹੜੀ ਹੈ ਉਸ ਵੇਲੇ ਸੀਗੀ। ਬਹੁਤ ਕੁਛ ਮੈਨੂੰ ਯਾਦ ਹੈ ਕਿਉਂਕਿ ਮੇਰੇ ਪਿਤਾ ਸਰਕਾਰੀ ਅਧਿਕਾਰੀ ਸੀਗੇ, ਔਰ ਘਰ ਦੇ ਵਿੱਚ ਅਖਬਾਰਾਂ ਆਇਆ ਕਰਦੀਆਂ ਸੀ, ਰੇਡੀਓ ਚੱਲਦਾ ਸੀ, ਸਾਰਾ ਕੁਛ ਖਬਰ ਆਉਂਦੀ ਸੀ, ਔਰ ਪਤਾ ਲੱਗਦਾ ਰਹਿੰਦਾ ਸੀ ਕਿ ਦੇਸ਼ 'ਚ ਕੀ ਹੋ ਰਿਹਾ। ਭੋਗਲ ਸਾਹਿਬ, ਏਜ ਤੁਹਾਡੀ ਤੁਸੀਂ ਦੱਸ ਦਿੱਤੀ ਹੈ, ਤੁਸੀਂ ਇਹ ਵੀ ਗੱਲ ਦੱਸਦੀ ਕਿ ਮੈਂ ਉਦੋਂ ਹੋਸ਼ ਦੇ ਵਿੱਚ ਸੀ ਪੂਰਨ ਤਰੀਕੇ ਦੇ ਨਾਲ ਸਾਡੇ ਘਰ ਦੇ ਵਿੱਚ ਅਖਬਾਰ ਆਉਂਦੇ ਸੀ, ਮੇਰੇ ਪਿਤਾ ਸਰਕਾਰੀ ਅਧਿਕਾਰੀ ਸੀ, ਯਾਨੀ ਕਿ ਇਹ ਮੰਨ ਸਕਦੇ ਹਾਂ ਕਿ ਤੁਸੀਂ ਸਹੀ ਤਰੀਕੇ ਦੇ ਨਾਲ ਜਿਹੜੀ ਪੂਰੀ ਜਾਣਕਾਰੀ ਦਿਓਗੇ। ਤਾਂ ਸਾਡੇ ਦਰਸ਼ਕਾਂ ਨੂੰ ਤੇ ਮੈਨੂੰ ਵੀ ਇਹ ਸਮਝਾਓ ਕਿ ਕੀ ਹਾਲਾਤ ਬਣੇ ਉਸ ਟਾਈਮ 1975 ਦੇ ਵਿੱਚ ਕਿ ਇੰਦਰਾ ਗਾਂਧੀ ਦੀ ਮਜਬੂਰੀ ਬਣ ਗਈ ਕਿ ਐਮਰਜੈਂਸੀ ਲਾਉਣੀ ਪਈ। ਸੁਖਵਿੰਦਰ, ਜਦੋਂ ਅਸੀਂ 1975 'ਚ ਲਗਾਈ ਗਈ ਇਸ ਐਮਰਜੈਂਸੀ ਦੀ ਗੱਲ ਕਰਦੇ ਹਾਂ, 25 ਜੂਨ 1975 ਨੂੰ ਇਹਦੀ ਘੋਸ਼ਣਾ ਕੀਤੀ ਗਈ ਸੀ। ਉਸ ਵੇਲੇ ਦੇ ਰਾਸ਼ਟਰਪਤੀ ਸਵਰਗੀ ਫਖਰੁਦੀਨ ਅਲੀ ਅਹਿਮਦ ਉਸ ਵੇਲੇ ਰਾਸ਼ਟਰਪਤੀ ਸੀ, ਉਹਨਾਂ ਨੇ ਇਹਦੀ ਘੋਸ਼ਣਾ ਕੀਤੀ ਸੀ। ਭਾਰਤ ਦੇ ਸੰਵਿਧਾਨ ਦੀ ਧਾਰਾ 356 ਦੇ ਅਧੀਨ ਇਹ ਐਮਰਜੈਂਸੀ ਲਗਾਈ ਗਈ ਸੀ। ਜਦੋਂ ਉਹਨਾਂ ਦੀ ਉਸ ਵੇਲੇ ਦੀ ਅਸੀਂ ਹਾਲਾਤ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਉਸ ਤੋਂ ਥੋੜ੍ਹਾ ਜਿਹਾ ਪਿੱਛੇ ਜਾਣਾ ਪਏਗਾ। ਸਾਡੇ ਦਰਸ਼ਕਾਂ ਨੂੰ ਯਾਦ ਹੈ, ਮੌਜੂਦਾ ਸਰਕਾਰ ਵੀ ਬੜੀ ਜੋਸ਼ ਨਾਲ ਉਹਦੀ ਚਰਚਾ ਕਰਦੀ ਹੈ ਕਿ 1971 ਦੇ ਵਿੱਚ ਭਾਰਤ ਪਾਕ ਜੰਗ ਦੇ ਵਿੱਚ ਜਿਹੜਾ ਹੈ ਭਾਰਤ ਦੀ ਫੌਜ ਨੂੰ ਬੜੀ ਡਿਸਾਈਸਿਵ ਵਿਕਟਰੀ ਮਿਲੀ ਸੀ, ਔਰ ਬੰਗਲਾਦੇਸ਼ ਦਾ ਜਨਮ ਜਿਹੜਾ ਹੈ ਉਹ ਹੋਇਆ ਸੀ, ਔਰ ਉਸ ਦਾ ਇੰਦਰਾ ਗਾਂਧੀ ਨੇ ਕਾਫੀ ਵਾਹ ਖੱਟੀ, ਔਰ ਉਸ ਤੋਂ ਬਾਅਦ ਇੰਦਰਾ ਗਾਂਧੀ ਜਿਹੜੇ ਹੈ ਇਲੈਕਸ਼ਨ ਜਿੱਤ ਕੇ 1972 ਦੇ ਵਿੱਚ ਜਿਹੜਾ ਹੈ ਪ੍ਰਧਾਨ ਮੰਤਰੀ ਬਣੇ ਅਗਲੇ 5 ਸਾਲ ਵਾਸਤੇ। ਲੇਕਿਨ ਉਸ ਜੰਗ ਦਾ ਸਾਡੀ ਅਰਥ ਵਿਵਸਥਾ ਤੇ, ਆਰਥਿਕਤਾ ਤੇ ਬੜਾ ਮਾੜਾ ਅਸਰ ਪਿਆ ਸੀ। ਮੈਨੂੰ ਯਾਦ ਹੈ ਕਿ ਮਹਿੰਗਾਈ ਬਹੁਤ ਵੱਧ ਗਈ ਸੀਗੀ, ਸ਼ਾਰਟੇਜ ਹੋ ਗਈ ਸੀ ਕਾਫੀ ਚੀਜ਼ਾਂ ਦੀ, ਖਾਣ ਪੀਣ ਦੀਆਂ ਚੀਜ਼ਾਂ ਦੀ ਸ਼ਾਰਟੇਜ ਹੋ ਗਈ, ਚੀਨੀ ਜਿਹੜੀ ਹੈ ਰਾਸ਼ਨ 'ਚ ਮਿਲਦੀ ਸੀ, ਹੋਰ ਬਹੁਤ ਸਾਰੀਆਂ ਚੀਜ਼ਾਂ ਰਾਸ਼ਨ 'ਚ ਮਿਲਦੀਆਂ ਸੀ, ਕਿਉਂਕਿ ਜਦੋਂ ਯੁੱਧ ਹੁੰਦਾ ਦੋ ਦੇਸ਼ਾਂ ਦੇ ਵਿਚਾਲੇ ਤਾਂ ਬਹੁਤ ਖਰਚਾ ਹੁੰਦਾ, ਖਾਸ ਤੌਰ 'ਤੇ ਆਰਮਜ਼ ਐਮੂਨੀਸ਼ਨ ਨੁਕਸਾਨ ਹੁੰਦਾ। ਤੁਸੀਂ ਯਾਦ ਹੋ 16 ਦਿਨ ਯੁੱਧ ਚੱਲਿਆ, ਔਰ ਉਸਨੇ ਭਾਰਤ ਦੀ ਅਰਥ ਵਿਵਸਥਾ ਨੂੰ ਹਿਲਾ ਕੇ ਰੱਖਤਾ ਸੀ। ਉਸ ਵੇਲੇ ਮੈਂ ਯਾਦ ਦਿਵਾਵਾਂਗਾ ਦਰਸ਼ਕਾਂ ਨੂੰ, ਜਿਹੜਾ ਸਾਡਾ ਹਿੰਦੀ ਸਿਨੇਮਾ ਸੀ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਫਿਲਮਾਂ ਬਣੀਆਂ ਸੀ ਕਿ ਉਹ ਆਮ ਲੋਕਾਂ ਦੀ ਜਿਹੜੀ ਤਰਾਸਦੀ ਹੈ ਯੁੱਧ ਤੋਂ ਬਾਅਦ ਉਹਦੀ ਅਕਾਸੀ ਕਰਦੀਆਂ ਸੀ। ਇੱਕ ਫਿਲਮ ਬਣੀ ਸੀ ਮਨੋਜ ਕੁਮਾਰ ਦੀ, ਰੋਟੀ ਕੱਪੜਾ ਔਰ ਮਕਾਨ, ਉਸ ਸਮੇਂ ਦੇ ਵਿੱਚ ਉਹ ਦੱਸਦੀ ਸੀ ਕਿ ਆਮ ਬੰਦੇ ਦੀਆਂ ਪ੍ਰੋਬਲਮ। ਇੱਕ ਇਸੇ ਤਰ੍ਹਾਂ ਰਜੇਸ਼ ਖੰਨਾ ਦੀ ਪਿਕਚਰ ਬਣੀ ਸੀ ਰੋਟੀ। ਸੋ ਇਸ ਤਰ੍ਹਾਂ ਦੇ ਔਰ ਇਹਨਾਂ ਸਮੱਸਿਆਵਾਂ ਕਰਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਤੰਗ ਹਾਲੀ ਉਸ ਵੇਲੇ ਲੋਕਾਂ ਦੀ ਹੋਈ, ਤਾਂ ਲੋਕਾਂ 'ਚ ਬੜੀ ਅਸ਼ਾਂਤੀ ਜਿਹੜੀ ਹੈ ਉਹ ਫੈਲਦੀ ਚਲੀ ਜਾ ਰਹੀ ਸੀ। ਸਰਕਾਰ ਜਿਹੜੀ ਹੈ ਇਨਫਲੇਸ਼ਨ ਨੂੰ ਕੰਟਰੋਲ ਨਹੀਂ ਕਰ ਪਾ ਰਹੀ ਸੀਗੀ, ਔਰ ਪਬਲਿਕ ਦੇ ਵਿੱਚ ਰੋਹ ਜਿਹੜਾ ਹੈ ਵੱਧਦਾ ਜਾ ਰਿਹਾ ਸੀਗਾ।
तो 1975 ਆਂਦੇ ਆਂਦੇ ਤੱਕ ਸਾਡੇ ਦੇਸ਼ ਦੇ ਵਿੱਚ ਜਿਹੜੀ ਹੈ ਨੈਕਸਲਾਈਟ ਮੂਵਮੈਂਟ ਵੀ ਚੱਲੀ, ਉਸ ਉਹਨਾਂ ਹਾਲਾਤਾਂ ਦੇ ਵਿੱਚ ਪੋਲੀਟੀਕਲ ਅਨਰੈਸਟ ਵੀ ਹੋਈ, ਵਿਦਿਆਰਥੀਆਂ ਦੇ ਅੰਦੋਲਨ ਵੀ ਚੱਲੇ। ਤਾਂ ਕਾਫੀ ਜ਼ਿਆਦਾ ਜਿਹੜੀ ਹਾਲਾਤ ਜਿਹੜੇ ਹੈ ਉਹ ਸਰਕਾਰ ਦਾ ਵਿਰੋਧ ਜਿਹੜਾ ਹੈ ਲੋਕਾਂ ਦੇ ਵਿੱਚ ਹੋਣਾ ਸ਼ੁਰੂ ਹੋ ਗਿਆ ਸੀ। ਉਹਨਾਂ ਹਾਲਾਤਾਂ ਦੇ ਚੱਲਦੇ ਇੱਕ ਹੋਰ ਘਟਨਾ ਹੋਈ ਕਿ 1972 ਦੇ ਵਿੱਚ ਮਿਸਿਸ ਇੰਦਰਾ ਗਾਂਧੀ ਨੇ ਰਾਏਬਰੇਲੀ ਤੋਂ ਜਿਹੜਾ ਇਲੈਕਸ਼ਨ ਲੜਿਆ ਸੀ ਔਰ ਜਿੱਤਿਆ ਸੀ, ਉਹਨਾਂ ਦੇ ਜਿਹੜੇ ਉਹਦੀ ਉਮੀਦਵਾਰ ਸੀ ਸਮਾਜਵਾਦੀ ਪਾਰਟੀ ਦੇ ਰਾਜ ਨਾਰਾਇਣ, ਉਹਨਾਂ ਨੇ ਉਹ ਇਲੈਕਸ਼ਨ ਜਿਹੜਾ ਹੈ ਇਲੈਕਸ਼ਨ ਪਟੀਸ਼ਨ ਕਰਤੀ ਸੀ, ਇਲੈਕਸ਼ਨ ਚੈਲੰਜ ਕਰਤਾ ਸੀ ਹਾਈ ਕੋਰਟ, ਇਲਾਹਾਬਾਦ ਹਾਈ ਕੋਰਟ ਦੇ ਵਿੱਚ। तो इलाहाबाद हाई कोर्ट के सिंगल बेंच जज सीगे जस्टिस ए.एन. रे, उन्होंने उन्होंने पटीशन मन के ये कहा कि श्रीमती इंदिरा गांधी ने जो चोन लड़ी है वो उन्होंने नजायज़ जोड़े है तरीके वरते है तो उन्होंने वो चोन रद्द कर दी सी। तो एकदम हालात है मिसिज इंदिरा गांधी का जोड़ा लोक सभा की मैंबरशिप है उसनू ही रद्द करता गया सी। ठीक है, बाद सुप्रीम कोर्ट उन्होंने वो सारा कुछ मैनेज कर लिया, लेकिन एक बार मिसिज गांधी की प्रधानमंत्री का जोड़ा अहुदा है बड़ा बड़ा खतरे च उस वेले पै गया सी। सो और नाल ही नाल की सीगा कि ਜਿਹੜੇ ਸਾਰੇ ਜਿਹੜੇ ਆਪੋਜੀਸ਼ਨ ਦੇ ਲੋਕ ਹੈ ਵਿਰੋਧੀ ਧਿਰਾਂ ਦੇ ਜਿਹੜੇ ਸੀਗੇ ਉਹ ਇਕੱਠੇ ਹੋ ਰਹੇ ਸੀਗੇ ਔਰ ਉਸ ਵੇਲੇ ਇੱਕ ਨੇਤਾ ਉੱਭਰੇ ਜਿਹੜੇ ਪੁਰਾਣੇ ਆਜ਼ਾਦੀ ਘੁਲਾਟੀਏ ਸੀਗੇ ਔਰ ਗਾਂਧੀ ਜੀ ਦੇ ਬੜੇ ਕਲੋਜ਼ ਸਹਿਯੋਗੀ ਰਹੇ, ਜੈ ਪ੍ਰਕਾਸ਼ ਨਾਰਾਇਣ। ਉਹ ਕਾਫੀ ਸਾਲਾਂ ਤੋਂ ਬਿਹਾਰ ਪਟਨਾ ਦੇ ਵਿੱਚ ਆਪਣੀ ਜਿਹੜੀ ਹੈ ਇੱਕ ਕਿਸਮ ਦੀ ਰਿਕਲੂਸਿਵ ਲਾਈਫ ਜਿਹੜੀ ਹੈ ਉਹ ਰਾਜਨੀਤੀ ਤੋਂ ਪਰੇ ਹਟ ਗਏ ਸੀਗੇ। ਲੇਕਿਨ ਜਦੋਂ ਹਾਲਾਤ ਖਰਾਬ ਹੋਏ ਔਰ ਆਪੋਜੀਸ਼ਨ ਇਕੱਠਾ ਹੋਣਾ ਸ਼ੁਰੂ ਹੋਈ ਔਰ ਜਦੋਂ ਇਸ ਤਰ੍ਹਾਂ ਦੇ ਯਾਨੀ ਸਰਕਾਰ ਦੀਆਂ ਜਿਹੜੀਆਂ ਸਖਤੀਆਂ ਵਧਣ ਲੱਗੀਆਂ ਤਾਂ ਜੈ ਪ੍ਰਕਾਸ਼ ਨਾਰਾਇਣ ਨੇ ਮਹਿਸੂਸ ਕੀਤਾ ਕਿ ਸਾਨੂੰ ਉੱਠ ਕੇ ਜਿਹੜਾ ਹੈ ਇਸ ਸਾਡੇ ਦੇਸ਼ ਦੀ ਰਾਜਨੀਤੀ ਵਾਸਤੇ ਜਾਂ ਲੋਕਤੰਤਰ ਲਈ ਕੁਝ ਕਰਨਾ ਚਾਹੀਦਾ ਹੈ। ਤੋ ਜੈ ਪ੍ਰਕਾਸ਼ ਨਾਰਾਇਣ ਨੇ ਇੱਕ ਨਾਅਰਾ ਦਿੱਤਾ ਸੀ ਜਿਹਨੂੰ ਉਹਨਾਂ ਨੇ ਕਿਹਾ ਸੀ ਸੰਪੂਰਨ ਕ੍ਰਾਂਤੀ, ਟੋਟਲ ਰੈਵੋਲੂਸ਼ਨ, ਤੇ ਜਿਹਦੇ 'ਚ ਉਹਨਾਂ ਨੇ ਈਵਨ ਫੌਜ ਔਰ ਪੁਲਿਸ ਨੂੰ ਵੀ ਕਿਹਾ ਸੀ ਕਿ ਉਹ ਸਰਕਾਰ ਦੇ ਜਿਹੜੇ ਗੈਰ ਕਾਨੂੰਨੀ ਹੁਕਮ ਹੈ ਉਹ ਨਾ ਮੰਨਣ। ਤੇ ਉਧਰੋਂ ਮਿਸਿਸ ਗਾਂਧੀ ਦੀ ਇਹ ਜਿਹੜੀ ਇਲਾਹਾਬਾਦ ਹਾਈ ਕੋਰਟ ਨੇ ਚੋਣ ਜਿਹੜੀ ਰੱਦ ਕਰ ਦਿੱਤੀ। ਤੋ ਮਿਸਿਸ ਗਾਂਧੀ ਨੇ ਘਬਰਾ ਕੇ ਜਿਹੜਾ ਹੈ ਇੱਕ ਫੈਸਲਾ ਲਿਆ ਰਾਤੋਂ ਰਾਤ ਕਿ ਦੇਸ਼ ਦੇ ਵਿੱਚ ਜਿਹੜਾ ਹੈ ਉਹ 356 ਧਾਰਾ ਲਗਾ ਕੇ ਐਮਰਜੈਂਸੀ ਲਗਾਈ ਜਾਵੇ। ਔਰ ਕਿਹਾ ਜਾਂਦਾ ਹੈ ਉਸ ਵੇਲੇ ਕੰਟਰੋਲ ਕਰਨ ਦੇ ਲਈ ਹਾਂ ਉਹਨਾਂ ਨੇ ਕਿਹਾ ਤੇ ਕਿ ਹਾਲਾਤ ਖਰਾਬ ਹੈ ਦੇਸ਼ ਦੇ ਵਿੱਚ, ਜਿਹੜਾ ਹੈ ਬਗਾਵਤ ਹੋਣ ਦੀ ਡਰ ਹੈ ਕਿ ਜੈ ਪ੍ਰਕਾਸ਼ ਨਾਰਾਇਣ ਇਸ ਤਰ੍ਹਾਂ ਦੇ ਨਾਅਰੇ ਦੇ ਰਿਹਾ ਸੰਪੂਰਨ ਕ੍ਰਾਂਤੀ ਦੀ ਔਰ ਫੌਜ ਔਰ ਪੁਲਿਸ ਨੂੰ ਕਿਹਾ ਜਾ ਰਿਹਾ ਹੈ। ਲੇਕਿਨ ਪੋਲੀਟੀਕਲ ਐਨਾਲਿਸਟ ਇਹ ਮੰਨਦੇ ਆ ਕਿ ਮਿਸਿਸ ਗਾਂਧੀ ਆਪਣੀ ਜਿਹੜੀ ਗੱਦੀ ਆਪਣੀ ਸੱਤਾ ਬਚਾਉਣ ਵਾਸਤੇ ਜਿਹੜਾ ਹੈ ਉਹਨਾਂ ਨੇ ਐਮਰਜੈਂਸੀ ਲਗਾਈ ਕਿਉਂਕਿ ਉਹਨਾਂ ਨੂੰ ਅਨਸੀਟ ਕਰ ਦਿੱਤਾ ਸੀ ਇਲਾਹਾਬਾਦ ਹਾਈ ਕੋਰਟ ਨੇ। ਤੋ ਓਵਰਨਾਈਟ ਜਿਹੜਾ ਹੈ ਕੈਬਨਿਟ ਦੀ ਮੀਟਿੰਗ ਤੋਂ ਬਿਨਾਂ ਹੀ ਇਹ ਕਿਹਾ ਜਾਂਦਾ ਹੈ ਕਿ ਇੱਕ ਜਿਹੜਾ ਹੈ ਮੈਸੇਜ ਭੇਜਿਆ ਗਿਆ ਉਸ ਵੇਲੇ ਦੇ ਰਾਸ਼ਟਰਪਤੀ ਫਖਰੂਦੀਨ ਅਲੀ ਅਹਿਮਦ ਨੂੰ ਔਰ ਉਹਨਾਂ ਨੇ ਰੇਡੀਓ ਦੇ ਉੱਤੇ ਔਰ ਟੈਲੀਵਿਜ਼ਨ ਦੇ ਉੱਤੇ ਆ ਕੇ ਦੇਸ਼ ਦੇ ਵਿੱਚ ਐਮਰਜੈਂਸੀ ਦੀ ਘੋਸ਼ਣਾ ਕੀਤੀ। ਔਰ ਬਾਅਦ ਦੇ ਵਿੱਚ ਜਿਹੜਾ ਹੈ ਉਹ ਮਿਨਿਸਟਰਸ ਜਿਹੜੇ ਹੈ ਕਾਉਂਸਲ ਆਫ ਮਿਨਿਸਟਰਸ ਦੀ ਮੀਟਿੰਗ ਇੱਕ ਕਿਸਮ ਦੀ ਕਾਗਜ਼ੀ ਕਾਰਵਾਈ ਕੀਤੀ ਗਈ, ਉਹਨਾਂ ਦੇ ਸਾਈਨ ਵੀ ਬਾਅਦ ਦੇ ਵਿੱਚ ਕਰਾਏ ਗਏ। ਇਹ ਗੱਲਾਂ ਬਾਅਦ ਦੇ ਵਿੱਚ ਆਈਆਂ ਜਦੋਂ ਜਗਜੀਵਨ ਰਾਮ ਜਿਹੜੇ ਸੀਗੇ ਉਹ ਮਿਸਿਸ ਗਾਂਧੀ ਦੀ ਕਾਂਗਰਸ ਤੋਂ ਅਲੱਗ ਹੋ ਕੇ ਉਹਨਾਂ ਨੇ ਇੱਕ ਨਵੀਂ ਪਾਰਟੀ ਬਣਾਈ ਸੀ। ਫਿਰ ਇਸ ਤਰ੍ਹਾਂ ਦੇ ਇਲਜ਼ਾਮ ਵੀ ਬਾਹਰ ਆਏ ਕਿ ਉਸ ਵੇਲੇ ਮੀਟਿੰਗ ਮੰਤਰੀ ਪਰਿਸ਼ਦ ਦੀ ਮੀਟਿੰਗ ਤੱਕ ਵੀ ਨਹੀਂ ਹੋਈ ਸੀ ਕਿਉਂਕਿ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਐਮਰਜੈਂਸੀ ਦੀ ਘੋਸ਼ਣਾ ਮੰਤਰੀ ਪਰਿਸ਼ਦ ਦੇ ਫੈਸਲੇ ਤੋਂ ਬਾਅਦ ਹੋਏਗੀ। ਲੇਕਿਨ ਉਹ ਮਿਸਿਸ ਇੰਦਰਾ ਗਾਂਧੀ ਇੰਨੀ ਇੱਕ ਮਜ਼ਬੂਤ ਆਪਣੇ ਆਪ ਨੂੰ ਜਾਂ ਇੰਨੀ ਇੱਕ ਆਟੋਕ੍ਰੈਟਿਕ ਪ੍ਰਾਈਮ ਮਿਨਿਸਟਰ ਸੀ ਜਿਸ ਤਰ੍ਹਾਂ ਹੁਣ ਅਸੀਂ ਦੇਖਦੇ ਹਾਂ ਨਰਿੰਦਰ ਮੋਦੀ, ਬਹੁਤ ਸਾਰੇ ਲੋਕ ਨਰਿੰਦਰ ਮੋਦੀ ਔਰ ਇੰਦਰਾ ਗਾਂਧੀ ਦੀ ਤੁਲਨਾ ਕਰਦੇ ਔਰ ਉਹ ਤੁਲਨਾ ਕਾਫੀ ਸਹੀ ਹੈਗੀ ਹੈ। ਹਾਂ ਉਹ ਜਿਹੜੀ ਹੈ ਪਰਵਾਹ ਨਹੀਂ ਸੀ ਕਰਦੀ, ਮੰਤਰੀਆਂ ਦੀ ਜ਼ਰੂਰਤ ਨਹੀਂ ਸੀ ਕਿ ਉਹ, ਹਾਲਾਂਕਿ ਉਸ ਵੇਲੇ ਮੰਤਰੀਆਂ ਦੇ ਕੱਦ ਬਹੁਤ ਵੱਡੇ ਸੀਗੇ, ਕਈ ਫਰੀडम ਮੂਵਮੈਂਟ ਦੇ ਵਾਲੇ ਲੋਕ ਵੀ ਉਸ ਵੇਲੇ ਜੀਂਦੇ ਸੀਗੇ, ਹੁਣ ਤਾਂ ਉਸ ਤਰ੍ਹਾਂ ਦੇ ਨਹੀਂ ਹੈ ਲੋਕ। ਸੋ ਮਿਸਿਸ ਗਾਂਧੀ ਨੇ ਜਿਹੜਾ ਹੈ ਬਿਨਾਂ ਮੰਤਰੀ ਪਰਿਸ਼ਦ ਦੀ ਮਨਜ਼ੂਰੀ ਤੋਂ ਉਸ ਵੇਲੇ ਉਹ ਐਮਰਜੈਂਸੀ ਲਗਾ ਦਿੱਤੀ। ਇੱਕ ਭੁੱਪਲ ਸਾਹਿਬ, ਜਿਹੜੇ ਇੰਦਰਾ ਗਾਂਧੀ ਦੇ ਛੋਟੇ ਬੇਟੇ ਸੀ ਜਿਹੜੇ ਸੰਜੇ ਗਾਂਧੀ, ਉਹਨਾਂ ਦੀ ਵੀ ਕਹਿੰਦੇ ਇੱਕ ਅਹਿਮ ਭੂਮਿਕਾ ਮੰਨੀ ਜਾਂਦੀ ਹੈ ਐਮਰਜੈਂਸੀ ਲਗਾਉਣ ਦੇ ਵਿੱਚ। ਹਾਂ, ਉਸ ਵੇਲੇ ਰਾਹੁਲ ਗਾਂਧੀ ਦੇ ਚਾਚਾ ਯਾਨੀ ਸੰਜੇ ਗਾਂਧੀ, ਰਾਜੀਵ ਗਾਂਧੀ ਦੇ ਛੋਟਾ ਜਿਹੜਾ ਭਰਾ ਸੀ, ਉਹ ਕਾਫੀ ਜ਼ਿਆਦਾ ਸਕਰੀਏ ਸੀ ਇਲੈਕਸ਼ਨ ਇਹਦੇ ਵਿੱਚ, ਪੋਲੀਟਿਕਸ ਦੇ ਵਿੱਚ, ਔਰ ਮੰਨਿਆ ਜਾਂਦਾ ਸੀ ਕਿ ਉਹ ਮਿਸਿਸ ਇੰਦਰਾ ਗਾਂਧੀ ਦਾ ਉੱਤਰਾਧਿਕਾਰੀ ਜਿਹੜਾ ਹੈਗਾ ਉਹ ਬਣ ਕੇ ਉੱਭਰ ਰਿਹਾ ਹੈਗਾ। ਔਰ ਉਹ ਮਿਸਿਸ ਗਾਂਧੀ ਦੇ ਨਾਲ ਜਿਹੜਾ ਹੈ ਪੋਲੀਟਿਕਸ ਦੇ ਵਿੱਚ ਇਨਵੋਲਵ ਹੋ ਗਏ ਔਰ ਇੱਕ ਕਿਸਮ ਦਾ ਉਹ ਪੈਰਲਲ ਸੈਂਟਰ ਆਫ ਪਾਵਰ ਚੱਲ ਗਿਆ ਸੀ। ਯਾਨੀ ਇਹ ਕਿਹਾ ਜਾਂਦਾ ਹੈ, ਜੋ ਬਾਅਦ ਦੇ ਵਿੱਚ ਬਹੁਤ ਲੋਕਾਂ ਨੇ ਉਸ 'ਤੇ ਕਿਤਾਬਾਂ ਲਿਖੀਆਂ, ਉਹਨਾਂ ਹਾਲਾਤਾਂ ਦੇ ਉੱਤੇ ਲਿਖੀਆਂ, ਕਿ ਸੰਜੇ ਗਾਂਧੀ ਇੱਕ ਪੈਰਲਲ ਸੈਂਟਰ ਆਫ ਪਾਵਰ ਬਣ ਗਿਆ ਸੀ ਜਿਹੜਾ ਸਿੱਧਾ, ਉਹਦੇ ਕੋਲ ਅਹੁਦਾ ਕੋਈ ਨਹੀਂ ਸੀ, ਉਹ ਮੈਂਬਰ ਆਫ ਪਾਰਲੀਮੈਂਟ ਵੀ ਨਹੀਂ ਸੀ, ਸਿਰਫ ਉਹ ਪ੍ਰਧਾਨ ਮੰਤਰੀ ਦਾ ਬੇਟਾ ਸੀ। ਔਰ ਜਿਹੜਾ ਹੈ ਵਨ ਸਫਦਰਜੰਗ ਰੋਡ ਜਿਹੜਾ ਉਸ ਵੇਲੇ ਪ੍ਰਾਈਮ ਮਿਨਿਸਟਰ ਦਾ ਰੈਜ਼ੀਡੈਂਸ ਸੀ, ਉੱਥੋਂ ਸਿੱਧੇ ਆਰਡਰਸ ਉਹ ਮਿਨਿਸਟਰਸ ਨੂੰ ਕਰਦਾ ਸੀ, ਅਫਸਰਾਂ ਨੂੰ ਕਰਦਾ ਸੀ, ਔਰ ਕਿਸੇ ਦੀ ਜ਼ਰੂਰਤ ਨਹੀਂ ਹੁੰਦੀ ਸੀ ਕਿ ਉਸ ਦਾ ਜਿਹੜਾ ਹੈ ਹੁਕਮ ਜਿਹੜਾ ਹੈ ਉਹ ਨਾ ਮੰਨਿਆ ਜਾਵੇ। ਸੋ ਮਚ ਸੋ ਕਿ ਕਈ ਵਾਰੀ ਮਿਸਿਸ ਇੰਦਰਾ ਗਾਂਧੀ ਨੂੰ ਵੀ ਬੇਬਸੀ ਜਿਹੜੀ ਹੈ
ਉਹ ਜ਼ਾਹਰ ਕਰਨੀ ਪੈਂਦੀ ਸੀ। ਪੁੱਤਰ ਮੋਹ ਜਿਹੜਾ ਆਪਾਂ ਦੇਖਦੇ ਹਾਂ ਰਾਜਨੀਤੀ ਦੇ ਵਿੱਚ ਅਕਸਰ ਹੀ ਅਸੀਂ ਦੇਖਦੇ ਹਾਂ, ਤਾਂ ਮਿਸਿਸ ਗਾਂਧੀ ਵੀ ਉਹ ਪੁੱਤਰ ਮੋਹ ਦੇ ਜਿਹੜਾ ਹੈ ਜੰਜਾਲ ਦੇ ਵਿੱਚ ਬਹੁਤ ਕੁਝ ਜਿਹੜਾ ਹੈ ਉਹਨੂੰ ਦੇਖ ਕੇ ਘੋੜਾ ਘੁੱਟ ਕਰਨਾ ਪਿਆ। ਸ਼ਾਇਦ ਜੇ ਆਪਣੇ ਆਪ ਉਹ ਉਹਨਾਂ ਨੂੰ ਕਰਨਾ ਹੁੰਦਾ ਤਾਂ ਇਸ ਹੱਦ ਤੱਕ ਗੱਲ ਨਾ ਜਾਂਦੀ। ਤਾਂ ਉਹ ਸਾਰੇ ਜਿਹੜੇ ਉਸ ਵੇਲੇ ਉਹਨਾਂ ਦੇ ਸਹਿਯੋਗੀ ਸੀ, ਉਹਨਾਂ ਨੇ ਮਿਸਿਸ ਗਾਂਧੀ ਨੂੰ ਸਲਾਹ ਦਿੱਤੀ ਕਿ ਇਹ ਆਪੋਜੀਸ਼ਨ ਜਿਹੜੀ ਹੈ ਉਸ ਨੂੰ ਸੱਤਾ ਤੋਂ ਲਾਂਭੇ ਕਰਨਾ ਚਾਹੁੰਦੀ ਹੈ ਤੇ ਦੇਸ਼ ਦੇ ਵਿੱਚ ਜਿਹੜਾ ਹੈ ਇਹੋ ਜਿਹੇ ਹਾਲਾਤ ਬਣਾਏ ਹੋਏ ਨੇ ਤੇ ਉਹਦਾ ਫਾਇਦਾ ਉਠਾ ਕੇ ਜਿਹੜੀ ਹੈ ਧਾਰਾ 356 ਜਿਹੜੀ ਲਗਾ ਦਿੱਤੀ ਜਾਵੇ। ਔਰ ਉਹ ਫਿਰ 25 ਜੂਨ 1975 ਨੂੰ ਡੈਕਲੇਰੇਸ਼ਨ ਆਫ ਐਮਰਜੈਂਸੀ ਕੀਤੀ ਗਈ। ਔਰ ਉਹਦੇ ਅਸਰ ਕੀ ਹੋਇਆ ਕਿ ਨਾਲ ਦੀ ਨਾਲ ਜਿਹੜੀ ਹੈ ਸਾਰੇ ਦੇਸ਼ ਦੀ ਜਿਹੜੀ ਪੁਲਿਸ ਹੈ, ਡਿਫਰੈਂਟ ਸਟੇਟਸ ਦੀ, ਸੈਂਟਰ ਦੀਆਂ ਏਜੰਸੀਜ਼, ਉਹਨਾਂ ਨੇ ਇਮੀਡੀਏਟਲੀ ਜਿਹੜੇ ਆਪੋਜੀਸ਼ਨ ਦੇ ਲੀਡਰ ਸੀਗੇ ਉਹਨਾਂ ਦੀ ਧਰਪਕੜ ਸ਼ੁਰੂ ਕਰਤੀ, ਗ੍ਰਿਫਤਾਰ ਕਰਕੇ ਉਹਨਾਂ ਨੂੰ ਜੇਲ੍ਹਾਂ 'ਚ ਸੁੱਟਣਾ ਸ਼ੁਰੂ ਕਰਤਾ। ਕਈ ਲੀਡਰ ਜਿਹੜੇ ਹੈ ਉਹ ਰੂਪੋਸ਼ ਹੋ ਗਏ, ਕਾਫੀ ਮਹੀਨੇ ਜਿਹੜੇ ਹੈ ਉਹ ਅੰਡਰਗਰਾਊਂਡ ਰਹੇ ਔਰ ਕਈ ਫੜੇ ਗਏ, ਕਈਆਂ ਦਾ ਬਹੁਤ ਜ਼ਿਆਦਾ ਤਸ਼ੱਦਦ ਹੋਇਆ। ਖਾਸ ਤੌਰ ਤੇ ਜਾਰਜ ਫਰਨਾਂਡਿਸ ਜਿਹੜੇ ਬਾਅਦ ਦੇ ਵਿੱਚ ਰੇਲਵੇ ਮੰਤਰੀ ਵੀ ਬਣੇ ਔਰ ਵਾਜਪੇਈ ਗਵਰਨਮੈਂਟ 'ਚੋਂ ਰੱਖਿਆ ਮੰਤਰੀ ਵੀ ਸੀਗੇ, ਬੜੇ ਉੱਚੇ ਕੱਦ ਦੇ ਸੋਸ਼ਲਿਸਟ ਨੇਤਾ। ਜਿਹੜੇ ਤੁਸੀਂ ਕਹਿ ਰਹੇ ਹੋ ਹਾਲਾਤ ਜਿਸ ਤਰੀਕੇ ਦੇ ਨਾਲ ਬੇਕਾਬੂ ਹੋ ਗਏ ਸੀ, ਲੋਕਾਂ ਦੇ ਵਿੱਚ ਰੋਹ ਸੀ, ਉਹ ਜਿਸ ਤਰੀਕੇ ਦੇ ਨਾਲ ਨਰਿੰਦਰ ਮੋਦੀ ਦੇ ਵੱਲੋਂ ਫੈਸਲੇ ਲਏ ਜਾ ਰਹੇ ਆ, ਲੋਕਾਂ ਦੇ ਵਿੱਚ ਰੋਹ ਹੈ, ਉਸੇ ਤਰੀਕੇ ਦੇ ਨਾਲ ਹੀ ਫੈਸਲੇ ਲਏ ਜਾ ਰਹੇ ਸੀ ਸਰਕਾਰ ਦੇ ਵੱਲੋਂ ਕੁਝ ਅਜਿਹੇ ਜਿਨ੍ਹਾਂ ਦੇ ਕਾਰਨ ਲੋਕਾਂ ਦੇ ਵਿੱਚ ਰੋਹ ਸੀ। ਜੇਕਰ ਮੈਂ ਤੁਹਾਨੂੰ ਪੁੱਛਾਂ ਤੇ ਦਰਸ਼ਕਾਂ ਨੂੰ ਵੀ ਆਪਾਂ ਨੂੰ ਦੱਸੀਏ ਤੇ ਉਹ ਕਿਹੜੇ ਸੀਗੇ ਕੁਝ ਜੋ ਅਹਿਮ ਫੈਸਲੇ ਜਿਨ੍ਹਾਂ ਦੇ ਕਰਕੇ ਰੋਹ ਪੈਦਾ ਹੋ ਗਿਆ ਸੀ ਦੇਸ਼ ਦੇ ਲੋਕਾਂ ਦੇ ਵਿੱਚ? ਨਹੀਂ, ਉਹ ਇਸ ਤਰ੍ਹਾਂ ਹੈ ਕਿ ਉਸ ਵੇਲੇ ਮੈਂ ਤੁਹਾਨੂੰ ਦੱਸਿਆ ਕਿ ਆਰਥਿਕ ਮੰਦਹਾਲੀ ਹੋ ਗਈ ਸੀ। ਲੜਾਈ ਤੋਂ ਇਮੀਡੀਏਟਲੀ ਬਾਅਦ ਦੇ ਸਾਲਾਂ ਦੇ ਵਿੱਚ ਭਾਰਤ ਦੇ ਵਿੱਚ ਆਰਥਿਕ ਮੰਦਹਾਲੀ ਹੋ ਗਈ ਸੀ। 1971 ਦੀ ਜੰਗ ਤੋਂ ਬਾਅਦ 71 ਦੀ ਜੰਗ ਦਾ ਅਸਰ ਜਿਹੜਾ ਹੈ ਕਾਫੀ ਲੰਬੇ ਸਮੇਂ ਤੱਕ ਉਸ ਦਾ ਅਸਰ ਰਿਹਾ ਭਾਰਤੀ ਅਰਥ ਵਿਵਸਥਾ ਦੇ ਉੱਤੇ। ਨਰਿੰਦਰ ਮੋਦੀ ਦਾ ਜਿਹੜਾ ਸਟਾਈਲ ਹੈ ਫੰਕਸ਼ਨਿੰਗ ਉਹੀ ਹੈ, ਆਟੋਕ੍ਰੈਟਿਕ ਹੈ। ਉਹ ਵੀ ਮਿਸਿਸ ਇੰਦਰਾ ਗਾਂਧੀ ਵਾਂਗ ਅਥਾਰਟੇਰੀਅਨ ਹੈ। ਉਹ ਵਿਸ਼ਵਾਸ ਨਹੀਂ ਰੱਖਦਾ ਕਿ ਮੰਤਰੀ ਪਰਿਸ਼ਦ ਨੂੰ ਪੁੱਛਿਆ ਜਾਵੇ ਜਾਂ ਮੁੱਖ ਮੰਤਰੀਆਂ ਨੂੰ ਪੁੱਛਿਆ ਜਾਵੇ। ਈਵਨ ਪਾਰਲੀਮੈਂਟ ਦੀ ਵੀ ਉਹ ਪ੍ਰਵਾਹ ਤੁਹਾਨੂੰ ਪਤਾ ਹੀ ਹੈ ਆਪਾਂ ਨੂੰ ਕਿੰਨੀ ਕਰਦੇ ਹੈ। ਸੋ ਲੇਕਿਨ ਇਹ ਹੈ ਕਿ ਇਹਨਾਂ ਦੀਆਂ ਪਾਲਿਸੀਜ਼ ਕੰਟਰੋਵਰਸ਼ੀਅਲ ਹੈ। ਇਹਨਾਂ ਨੇ ਇਸ ਤਰ੍ਹਾਂ ਦੇ ਜਿਹੜੀ ਭਾਰਤ ਦੀ ਜਿਹੜੀ ਪੋਲੀਟੀਕਲ ਇਕੋਨੋਮੀ ਦਾ ਨੈਰੇਟਿਵ ਹੈ ਉਸ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਨਾਲ ਆਮ ਬੰਦੇ ਨੂੰ ਤੰਗੀ ਹੋ ਰਹੀ ਹੈ। ਆਪਾਂ ਦੇਖ ਰਹੇ ਹਾਂ ਮੇਰਾ ਖਿਆਲ ਸਾਡੇ ਇਤਿਹਾਸ 'ਚ ਕਦੀ ਵੀ ਇੱਦਾਂ ਨਹੀਂ ਹੋਇਆ ਕਿ 1 ਮਹੀਨੇ ਦੇ ਵਿੱਚ ਹੀ ਗੈਸ ਦਾ ਰੇਟ ਜਿਹੜਾ ਹੈ 100 ਰੁਪਏ ਸਿਲੰਡਰ ਜਿਹੜਾ ਹੈ ਇਨਕਰੀਜ਼ ਕੀਤਾ ਜਾਵੇ, ਜਾਂ ਜੋ ਖੇਤੀਬਾੜੀ ਬਿੱਲਾਂ ਦੇ ਵਿੱਚ ਕੀਤਾ ਗਿਆ ਕਾਰਪੋਰੇਟ ਵਰਲਡ ਨਾਲ, ਮਤਲਬ ਨੰਗੇ ਚਿੱਟੇ ਰੂਪ ਦੇ ਵਿੱਚ ਉਹ 2-3 ਕਾਰਪੋਰੇਟ ਘਰਾਣਿਆਂ ਨਾਲ ਖੜੇ ਹੈ, ਅਡਾਨੀ ਅੰਬਾਨੀ ਦੇ ਨਾਲ। ਔਰ ਅਸੀਂ ਦੇਖ ਰਹੇ ਹਾਂ ਕਿ ਬੈਂਕਾਂ ਦਾ ਜਿਹੜਾ ਹੈ ਕਿੰਨਾ ਕਰਜ਼ਾ ਜਿਹੜਾ ਹੈ ਮਾਫ ਕੀਤਾ ਗਿਆ, ਜਿਹੜਾ ਇੰਡਸਟਰੀਅਲਿਸਟ ਨੇ ਦੇਣਾ ਹੈ। ਗੋਗਲ ਸਾਹਿਬ, ਆਪਾਂ ਅੱਜ ਦੇ ਹਾਲਾਤਾਂ ਤੇ ਵੀ ਆਉਂਦੇ ਆ, ਪਰ ਉਸ ਤੋਂ ਪਹਿਲਾਂ ਜੇ ਆਪਾਂ ਗੱਲਬਾਤ ਕਰੀਏ ਜਿਸ ਤਰੀਕੇ ਦੇ ਨਾਲ ਪਿਛਲੇ ਦਿਨੀ ਜਦੋਂ ਪ੍ਰਤਾਪ ਸਿੰਘ ਬਾਜਵਾ ਬੋਲੇ ਸੀਗੇ, ਇੱਕ ਧਾਕੜ ਸਪੀਚ ਦਿੱਤੀ ਸੀ ਕੇਂਦਰ ਸਰਕਾਰ ਦੇ ਖਿਲਾਫ, ਤਾਂ ਉਸ ਤੋਂ ਬਾਅਦ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਮੈਂ ਪ੍ਰਤਾਪ ਸਿੰਘ ਬਾਜਵਾ ਦੀ ਸਪੀਚ ਸੁਣ ਰਿਹਾ ਸੀ, ਸਾਰੀਆਂ ਗੱਲਾਂ ਬਾਤਾਂ ਕੀਤੀਆਂ ਤੇ ਕਹਿੰਦੇ ਮੈਨੂੰ ਉਮੀਦ ਸੀ ਕਿ ਪ੍ਰਤਾਪ ਸਿੰਘ ਬਾਜਵਾ ਐਮਰਜੈਂਸੀ ਦੀ ਵੀ ਗੱਲ ਜ਼ਰੂਰ ਕਰਨਗੇ। ਤਾਂ ਕਿਤੇ ਇਸੇ ਕਰਕੇ ਤਾਂ ਨਹੀਂ ਰਾਹੁਲ ਗਾਂਧੀ ਦੇ ਵੱਲੋਂ ਜਿਵੇਂ ਵਾਰ-ਵਾਰ ਉਹਨਾਂ ਦੀ ਦਾਦੀ ਦੇ ਉੱਪਰ, ਉਹਨਾਂ ਦੀ ਕਾਂਗਰਸ ਪਾਰਟੀ ਦੇ ਉੱਪਰ ਇਹਨਾਂ ਫੈਸਲਿਆਂ ਦੇ ਕਰਕੇ ਦਾਗ ਲੱਗੇ ਹੋਏ ਆ ਤੇ ਵਾਰ-ਵਾਰ ਉਹਨਾਂ ਮੁੱਦਿਆਂ ਤੇ ਹੀ ਜਿਹੜੇ ਹੈਗੇ ਆ ਵਿਰੋਧੀ ਉਹਨਾਂ ਨੂੰ ਘੇਰਦੇ ਆ, ਕਿ ਇਹੀ ਕਾਰਨ ਹੈ ਕਿ ਅੱਜ 35-36 ਸਾਲਾਂ ਬਾਅਦ ਰਾਹੁਲ ਗਾਂਧੀ ਨੂੰ ਇਹ ਗੱਲ ਕਹਿਣੀ ਪਈ ਕਿ ਮੇਰੀ ਦਾਦੀ ਦਾ ਉਹ ਫੈਸਲਾ ਗਲਤ ਸੀ, ਜਾਂ ਫਿਰ ਕੁਝ ਹੋਰ ਕਾਰਨ? ਨਹੀਂ, ਇਹ ਵੀ ਕਾਰਨ ਹੈ, ਲੇਕਿਨ ਸਾਡੇ ਦੇਸ਼ ਦੇ ਵਿੱਚ ਇੱਕ ਅਜੀਬ ਸਥਿਤੀ ਬਣੀ ਹੋਈ ਹੈ ਕਿ ਜਦੋਂ ਕੋਈ ਇੱਕ ਪੋਲੀਟੀਕਲ ਪਾਰਟੀ ਕੋਈ ਗਲਤ ਕੰਮ ਕਰਦੀ ਹੈ, ਗਲਤ ਪਾਸੇ ਤੁਰਦੀ ਹੈ, ਤੇ ਦੂਸਰੀ ਪੋਲੀਟੀਕਲ ਪਾਰਟੀ ਜਦੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਤੇ ਜਦੋਂ ਉਹ ਸੱਤਾ 'ਚ ਰਹੀ ਹੁੰਦੀ ਤਾਂ ਉਹ ਕਹਿੰਦੇ ਕਿ ਆਪਕੇ ਵਕਤ ਮੇਂ ਐਸਾ ਹੁਆ ਥਾ, ਯਾਨੀ ਇੱਕ ਐਕਸਕਿਊਜ਼ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਯਾਨੀ ਅਸੀਂ ਜਦੋਂ ਕਿ ਸਿਆਣੇ ਕਹਿੰਦੇ ਆ ਕਿ 2 wrongs never make 1 right, ਯਾਨੀ ਇਹ ਜ਼ਰੂਰੀ ਨਹੀਂ ਹੈ ਕਿ ਜੇ ਕਾਂਗਰਸ ਪਾਰਟੀ ਦੇ ਵਿੱਚ ਨੇ ਗਲਤੀ ਕੀਤੀ ਸੀ ਤਾਂ ਹੁਣ ਬੀਜੇਪੀ ਸਰਕਾਰ ਵੀ ਗਲਤੀ ਕਰੇ, ਇਸ ਕੋਈ ਜ਼ਰੂਰੀ ਨਹੀਂ ਹੈ। ਔਰ ਇਹ ਕਵੇ ਕਿ ਗਲਤੀਆਂ ਕੀਤੀਆਂ ਤਾਂ ਅੱਜ ਭੁਗਤ ਵੀ ਧਰੀ ਹੈ, ਭੁਗਤ ਰਹੀ ਹੈ। ਦੇਖੋ ਕਾਂਗਰਸ ਅੱਜ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਕਿ 1975 ਦੇ ਵਿੱਚ ਜਿਹੜੀ ਐਮਰਜੈਂਸੀ ਲੱਗੀ ਉਹ ਗਲਤੀ ਹੋਈ। ਇਸੇ ਤਰ੍ਹਾਂ ਆਪਰੇਸ਼ਨ ਬਲੂ ਸਟਾਰ ਦੇ ਬਾਰੇ ਵੀ ਪ੍ਰਧਾਨ ਮੰਤਰੀ ਜਿਹੜੇ ਸੀਗੇ ਉਸ ਵੇਲੇ ਦੇ ਆਪਣੇ ਸਰਦਾਰ ਮਨਮੋਹਨ ਸਿੰਘ, ਉਹਨਾਂ ਨੇ ਵੀ ਕਈ ਵਾਰ ਜਿਹੜਾ ਹੈ ਉਹਦਾ ਅਫਸੋਸ ਦਾ ਪ੍ਰਗਟਾਵਾ ਕੀਤਾ। ਸੋਨੀਆ ਗਾਂਧੀ ਨੇ ਵੀ ਪ੍ਰਗਟਾਵਾ ਕੀਤਾ। ਦੇਸ਼ਾਂ ਦੀ ਇਤਿਹਾਸ ਦੇ ਵਿੱਚ ਇਹੋ ਜਿਹੇ ਜਿਹੜੇ ਹੈਗੇ ਆ ਲਮੇ ਆਉਂਦੇ ਆ ਜਦੋਂ ਬਹੁਤ ਬੜੇ ਪੋਲੀਟੀਕਲ ਲੀਡਰ ਬਹੁਤ ਬੜੀਆਂ ਗਲਤੀਆਂ ਕਰਦੇ ਔਰ ਉਹਨਾਂ ਨੂੰ ਫਿਰ ਉਹ ਜਿਹੜਾ ਹੈਗਾ ਨੁਕਸਾਨ ਵੀ ਭੁਗਤਣਾ ਪੈਂਦਾ ਔਰ ਇਹਨਾਂ ਨੂੰ ਵੀ ਭੁਗਤਣਾ ਪਏਗਾ ਸੂਨਰ ਔਰ ਲੇਟਰ। ਲੇਕਿਨ ਇਹ ਜਿਹੜਾ ਹੈ ਪ੍ਰਾਈਮ ਮਿਨਿਸਟਰ ਦਾ ਇਹ ਕਹਿਣਾ ਨਰਿੰਦਰ ਮੋਦੀ ਦਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੀ ਸਪੀਚ ਸੁਣ ਕੇ ਕਿ ਉਹ ਐਮਰਜੈਂਸੀ ਦਾ ਵੀ ਜ਼ਿਕਰ ਕਰਦੇ, ਐਮਰਜੈਂਸੀ ਦਾ ਜ਼ਿਕਰ ਕਰਨ ਦੀ ਬਾਰ-ਬਾਰ ਲੋੜ ਨਹੀਂ ਹੈ। ਹਜ਼ਾਰਾਂ ਕਿਤਾਬਾਂ ਲਿਖੀਆਂ ਗਈਆਂ, ਲੋਕਾਂ ਨੂੰ ਬੜਾ ਯਾਦ ਹੈ, ਮੀਡੀਆ 'ਚ ਵੀ ਉਹਦਾ ਰੈਫਰੈਂਸ ਆਉਂਦਾ ਰਹਿੰਦਾ ਹੈ।
ਤੋ ਪ੍ਰਧਾਨ ਮੰਤਰੀ ਨੂੰ ਤਾਂ ਇਹ ਚਾਹੀਦਾ ਸੀਗਾ ਕਿ ਖੁਦ ਉਹ ਐਮਰਜੈਂਸੀ ਦੇ ਉਸ ਨੂੰ ਚੈਪਟਰ ਨੂੰ ਪੜ੍ਹ ਕੇ ਸਬਕ ਸਿੱਖਣ ਕਿ ਸਾਨੂੰ ਲੋਕਤੰਤਰ ਕਿੱਦਾਂ ਬਚਾਉਣਾ ਚਾਹੀਦਾ, ਲੋਕਾਂ ਦੀਆਂ ਭਾਵਨਾਵਾਂ ਦਾ ਕਿੱਦਾਂ ਸਨਮਾਨ ਕਰਨਾ ਚਾਹੀਦਾ। ਤੋਂ ਬਜਾਏ ਇਹਦੇ ਕਿ ਬਾਜਵਾ ਉਸ ਦਾ ਜ਼ਿਕਰ ਕਰਦੇ, ਪ੍ਰਧਾਨ ਮੰਤਰੀ ਨੂੰ ਖੁਦ ਉਸ ਨੂੰ ਪੜ੍ਹਨਾ ਚਾਹੀਦਾ ਇੱਕ ਵਾਰੀ ਔਰ ਸਬਕ ਲੈਣਾ ਚਾਹੀਦਾ ਕਿ ਸਾਨੂੰ ਇਹੋ ਜਿਹੀ ਜਿਹੜੀ ਹੈ ਰਾਜਨੀਤੀ ਤੋਂ ਬਚਣਾ ਚਾਹੀਦਾ, ਇਹੋ ਜਿਹੀ ਐਡਮਿਨਿਸਟ੍ਰੇਸ਼ਨ ਤੋਂ ਬਚਣਾ ਚਾਹੀਦਾ, ਇਹੋ ਜਿਹੇ ਪੋਲੀਟੀਕਲ ਕਲਚਰ ਤੋਂ ਬਚਣਾ ਚਾਹੀਦਾ। ਨਿਸ਼ਚੈ ਹੀ ਐਮਰਜੈਂਸੀ ਬਹੁਤ ਮਾੜੀ ਇੱਕ ਸਥਿਤੀ ਸੀਗੀ ਉਸ ਵੇਲੇ, ਕਿਉਂਕਿ ਬਹੁਤ ਜ਼ਿਆਦਾ ਜਿਸ ਤਰ੍ਹਾਂ ਮੈਂ ਕਿਹਾ ਕਿ ਦਮਨ ਹੋਇਆ ਜਿਹੜੀ ਸਾਰੀ ਆਪੋਜੀਸ਼ਨ ਹੈ, ਸਾਰੀ ਦੀ ਸਾਰੀ ਆਪੋਜੀਸ਼ਨ ਜੇਲ੍ਹਾਂ ਦੇ ਵਿੱਚ ਦੜ ਦਿੱਤੀ ਗਈ ਸੀ। ਕਿਸੇ ਨੂੰ ਸੈਂਸਰਸ਼ਿਪ ਸੀਗੀ, ਟੋਟਲ ਸੈਂਸਰਸ਼ਿਪ ਸੀਗੀ। ਅਖਬਾਰਾਂ ਦੇ ਵਿੱਚ ਖਬਰਾਂ ਨਹੀਂ ਛਪ ਸਕਦੀਆਂ ਸੀ। ਮੈਨੂੰ ਯਾਦ ਹੈ ਕਈ ਵਾਰੀ ਅਖਬਾਰ ਆਉਂਦੀ ਸੀ ਉਸ ਵੇਲੇ ਸਾਡੇ ਘਰ ਦੇ ਵਿੱਚ, ਅੰਗਰੇਜ਼ੀ ਦੀ ਟ੍ਰਿਬਿਊਨ ਅਖਬਾਰ ਆਉਂਦੀ ਸੀ ਤੇ ਕਿਤੇ ਅਖਬਾਰ ਦਾ ਥੰਕ ਪੇਜ ਖਾਲੀ ਛੱਡਿਆ ਹੋਇਆ ਹੁੰਦਾ ਸੀ, ਉਹਦੇ ਤੇ ਕਾਲੇ ਰੰਗ ਦਾ ਕਾਂਟਾ ਹੁੰਦਾ ਸੀ, ਯਾਨੀ ਆਖਰੀ ਵਕਤ ਤੱਕ ਸਰਕਾਰ ਨੇ ਇਜਾਜ਼ਤ ਨਹੀਂ ਦਿੱਤੀ ਹੁੰਦੀ ਸੀ ਕਿ ਉੱਥੇ ਕੋਈ ਜਿਹੜੀ ਖਬਰ ਛਪੇਗੀ, ਉਹ ਖਬਰ ਕੱਟਣੀ ਪਈ ਹੁੰਦੀ ਸੀ ਤੇ ਉਸ ਤਰ੍ਹਾਂ ਹੀ ਅਖਬਾਰ ਛਪ ਕੇ ਆਉਂਦੀ ਸੀ। ਇਸੇ ਤਰ੍ਹਾਂ ਰੇਡੀਓ ਔਰ ਟੈਲੀਵਿਜ਼ਨ ਜਿਹੜਾ ਹੈ ਉਹਦੇ ਉੱਤੇ ਖਬਰਾਂ ਸੈਂਸਰ ਹੋ ਕੇ ਆਉਂਦੀਆਂ ਸੀ, ਹਾਲਾਂਕਿ ਸਰਕਾਰੀ ਮੀਡੀਆ ਸੀ ਉਸ ਵੇਲੇ, ਪ੍ਰਾਈਵੇਟ ਚੈਨਲ ਤਾਂ ਸੀਗੇ ਨਹੀਂ। ਤੋ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਹੈ ਦੇਸ਼ ਦੇ ਵਿੱਚ ਬਣੇ ਹੋਏ ਸੀਗੇ। ਲੇਕਿਨ ਉਹਦਾ ਇੱਕ ਜਿਸ ਤਰ੍ਹਾਂ ਮੈਂ ਕਿਹਾ ਕਿ ਥੋੜ੍ਹਾ ਜਿਹਾ ਚੰਗਾ ਪੱਖ ਵੀ ਸੀ। ਉਹ ਚੰਗਾ ਪੱਖ ਕੀ ਸੀ ਕਿ ਰੇਲ ਗੱਡੀਆਂ ਬਿਲਕੁਲ ਟਾਈਮ ਤੇ ਚੱਲਦੀਆਂ ਸੀ। ਇੰਨੀ ਮਤਲਬ ਉਸ ਸੀ, ਦਫ਼ਤਰਾਂ ਦੇ ਸਮੇਂ ਦੇ ਉੱਤੇ ਇੰਪਲਾਈਜ਼ ਬਿਲਕੁਲ ਟਾਈਮ ਤੇ ਆਉਣ ਲੱਗ ਗਏ ਸੀਗੇ, ਲੋਕਾਂ ਦੇ ਕੰਮ ਹੋਣ ਲੱਗ ਗਏ ਸੀ। ਮਹਿੰਗਾਈ ਨੂੰ ਨੱਥ ਪਾਉਣ ਲਈ ਸਰਕਾਰ ਨੇ ਉਸ ਵੇਲੇ, ਮੈਨੂੰ ਯਾਦ ਹੈ, ਦੁਕਾਨਾਂ ਦੇ ਬਾਹਰ ਹਰ ਚੀਜ਼ ਦੀ ਰੇਟ ਲਿਸਟ ਲੱਗੀ ਹੁੰਦੀ ਸੀ। ਤੁਸੀਂ ਅੱਜ ਨਹੀਂ ਦੇਖੋਗੇ, ਤੁਸੀਂ ਕਿਸੇ ਦੁਕਾਨ ਤੇ ਚਲੇ ਜਾਓ, ਉਹਦੇ ਬਾਹਰ ਰੇਟ ਲਿਸਟ ਨਹੀਂ ਲੱਗੀ ਹੁੰਦੀ ਸੀ। ਜਿਸ ਤਰ੍ਹਾਂ ਜਨਰਲ ਸਟੋਰ ਹੈ, ਉੱਥੇ ਲਿਖਿਆ ਹੁੰਦਾ ਸੀ, ਮੈਨੂੰ ਯਾਦ ਹੈ ਕਿ ਚਾਹ ਪੱਤੀ ਦਾ ਰੇਟ ਇਸ ਤਰ੍ਹਾਂ ਹੈਗਾ, ਚੀਨੀ ਦਾ ਰੇਟ ਇਸ ਤਰ੍ਹਾਂ ਹੈਗਾ, ਫਲਾਣਾ ਚੀਜ਼ ਦਾ ਰੇਟ ਇਸ ਤਰ੍ਹਾਂ। ਮੈਨੂੰ ਖੁਦ ਯਾਦ ਹੈ, ਮੈਂ ਦੇਖਿਆ ਉਸ ਵੇਲੇ ਇਸ ਤਰ੍ਹਾਂ ਚੱਲਦਾ ਸੀ। ਤਾਂ ਕਈ ਲੋਕ ਜਿਹੜੇ ਹੈ ਉਹ ਇਸ ਚੀਜ਼ ਦੀ ਐਪਰੀਸ਼ੀਏਟ ਵੀ ਕਰਦੇ ਸੀਗੇ, ਆਮ ਜਨਤਾ। ਲੇਕਿਨ ਇਹ ਠੀਕ ਹੈ ਕਿ ਉਸ ਵੇਲੇ ਦੀ ਜਿਹੜੀ ਪੋਲੀਟੀਕਲ ਆਪੋਜੀਸ਼ਨ ਸੀ ਉਸ ਨੂੰ ਬੜਾ ਖਮਿਆਜ਼ਾ ਭੁਗਤਣਾ ਪਿਆ। ਔਰ ਇੱਕ ਹੋਰ ਕੁਝ ਜਿਹੜਾ ਹੈ, ਸੰਜੇ ਗਾਂਧੀ ਔਰ ਉਹਨਾਂ ਦੀ ਜਿਹੜੀ ਕੋਟਰੀ ਸੀ, ਉਹਨਾਂ ਦੇ ਜਿਹੜੇ ਸਾਥੀ ਸੀਗੇ ਕੁਝ, ਚੌਧਰੀ ਬੰਸੀ ਲਾਲ ਜਿਹੜੇ ਬਾਅਦ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਬਣੇ, ਇਸੇ ਤਰ੍ਹਾਂ ਵਿਦਿਆ ਚਰਨ ਸ਼ੁਕਲਾ ਬਾਅਦ ਦੇ ਵਿੱਚ ਮੰਤਰੀ ਵੀ ਰਹੇ, ਉਸ ਵੇਲੇ ਵੀ ਮੰਤਰੀ ਸੀ। ਇਹਨਾਂ ਲੋਕਾਂ ਨੇ ਸੰਜੇ ਗਾਂਧੀ ਨੂੰ ਜਿਹੜਾ ਹੈ, ਕਿਉਂਕਿ ਪ੍ਰਧਾਨ ਮੰਤਰੀ ਦਾ ਬੇਟਾ ਸੀ, ਉਸ ਦੀ ਚਾਪਲੂਸੀ ਕਰ ਕਰਕੇ ਉਸ ਤੋਂ ਇਸ ਤਰ੍ਹਾਂ ਦੇ ਗਲਤ ਕੰਮ ਕਰਵਾਏ। ਇੱਕ ਉਸ ਵੇਲੇ ਪ੍ਰੋਗਰਾਮ ਚੱਲਿਆ ਸੀਗਾ ਨਸਬੰਦੀ ਦਾ, ਕਿਉਂਕਿ ਇਹ ਮਹਿਸੂਸ ਕੀਤਾ ਜਾਂਦਾ ਸੀ ਕਿ ਭਾਰਤ ਦੀ ਆਬਾਦੀ ਬਹੁਤ ਵੱਧ ਰਹੀ ਹੈ ਤੇ ਇਸ ਕਰਕੇ ਜਿਹੜਾ ਹੈਗਾ ਇਸ ਨੂੰ ਇਮੀਡੀਏਟਲੀ ਕੰਟਰੋਲ ਕਰਨ ਲਈ ਕੁਝ ਕੀਤਾ ਜਾਣਾ ਚਾਹੀਦਾ। ਤੇ ਸੰਜੇ ਗਾਂਧੀ ਨੇ ਇੱਕ 5 ਸੂਤਰੀ ਪ੍ਰੋਗਰਾਮ ਦਿੱਤਾ ਸੀ, ਜਿਹਦੇ 'ਚ ਉਹਨੇ ਕਿਹਾ ਸੀਗਾ ਕਿ ਨਸਬੰਦੀ ਕੀਤੀ ਜਾਵੇ, ਜਿਹੜੇ ਲੋਕਾਂ ਦੇ ਬੱਚੇ ਹੈ, 2 ਬੱਚੇ ਹੋ ਚੁੱਕੇ, ਉਹਨਾਂ ਦੀ ਨਸਬੰਦੀ ਕਰਤੀ ਜਾਵੇ ਤਾਂ ਕਿ ਆਬਾਦੀ ਨੂੰ ਜਿਹੜਾ ਰੋਕਥਾਮ ਹੋਵੇ। ਲੇਕਿਨ ਉਹ ਕਿਉਂਕਿ ਹਾਲਾਤ ਇੱਦਾਂ ਦੇ ਸੀ ਕਿ ਬਹੁਤ ਸਾਰੇ ਕੇਸਿਸ ਇੱਦਾਂ ਦੇ ਸੁਣਨ ਨੂੰ ਆਏ ਕਿ ਡਾਕਟਰਸ ਨੂੰ ਕੋਟਾ ਦੇ ਦਿੱਤਾ ਗਿਆ, ਸਕੂਲ ਟੀਚਰਸ ਨੂੰ ਕੋਟਾ ਦੇ ਦਿੱਤਾ ਗਿਆ ਕਿ ਤੁਸੀਂ ਇੰਨੇ ਕੇਸਿਸ ਲਿਆਓਗੇ ਨਸਬੰਦੀ ਦੇ ਤਾਂ ਤੁਹਾਨੂੰ ਤਨਖਾਹ ਮਿਲੂਗੀ, ਨਹੀਂ ਤਾਂ ਨਹੀਂ ਮਿਲੂਗੀ। ਸੋ ਆਪਣਾ ਕੋਟਾ ਪੂਰਾ ਕਰਨ ਲਈ ਉਹਨਾਂ ਨੇ ਬਹੁਤ ਲੋਕ, ਬਜ਼ੁਰਗ ਜਿਹੜੇ ਹੈ ਜਾਂ ਅਨਮੈਰਿਡ ਮੇਲਸ ਹੈ, ਇਸ ਤਰ੍ਹਾਂ ਦੇ ਜਿਹਨਾਂ ਲੋਕਾਂ ਦੀ ਨਸਬੰਦੀ ਨਹੀਂ ਹੋਣੀ ਚਾਹੀਦੀ ਸੀ, ਉਹਨਾਂ ਲੋਕਾਂ ਨੂੰ ਫੜ ਕੇ ਉਹਨਾਂ ਦੀ ਨਸਬੰਦੀ ਕੀਤੀ ਗਈ। ਇਸੇ ਤਰ੍ਹਾਂ ਜਿਹੜਾ ਹੈ ਦਿੱਲੀ ਤੁਰਕਮਾਨ ਗੇਟ ਦੇ ਉੱਤੇ ਜਿਹੜਾ ਹੈ ਮੁਸਲਿਮ ਆਬਾਦੀ ਸੀ ਕਾਫੀ ਜ਼ਿਆਦਾ, ਉਹ ਗਲੀਆਂ ਢਾਈਆਂ ਗਈਆਂ, ਕਿਉਂਕਿ ਸੰਜੇ ਗਾਂਧੀ ਦੇ ਸਿਰ ਤੇ ਭੂਤ ਸਵਾਰ ਹੋਇਆ ਸੀ ਕਿ ਦਿੱਲੀ ਦੀ ਖੂਬਸੂਰਤੀ ਹੋਣੀ ਚਾਹੀਦੀ ਹੈ। ਤੇ ਉਸ ਲਈ ਉਹਨਾਂ ਨੇ ਜਿਹੜਾ ਹੈ ਓਵਰਨਾਈਟ ਉੱਥੇ ਬੁਲਡੋਜ਼ਰ ਚਲਾ ਕੇ ਲੋਕਾਂ ਦੇ ਜਿਹੜੇ ਪੁਰਾਣੇ ਮਕਾਨ ਸੀ ਉਹ ਢਾਏ ਗਏ। ਅੱਜ ਵੀ ਲੋਕ ਉਹ ਤੁਰਕਮਾਨ ਗੇਟ ਜਿਹੜਾ ਦੇ ਐਪੀਸੋਡ ਦੇ ਨਾਲ ਉਸ ਨੂੰ ਯਾਦ ਕਰਦੇ ਆ। ਸੋ ਇਸ ਤਰ੍ਹਾਂ ਦੀਆਂ ਬੇਤਹਾਸ਼ਾ ਜਿਹੜੀਆਂ ਹੈਗੀਆਂ ਉਹ ਘਟਨਾਵਾਂ ਉਸ ਵੇਲੇ ਹੋਈਆਂ। ਮਤਲਬ ਲੋਕਤੰਤਰ ਨਹੀਂ ਸੀਗਾ ਉਸ ਵੇਲੇ, ਬੋਲਣ ਦੀ ਆਜ਼ਾਦੀ ਨਹੀਂ ਸੀ। ਤੁਸੀਂ ਜਿਸ ਤਰ੍ਹਾਂ ਹੁਣ ਹੋ ਰਿਹਾ, ਹੁਣ ਸਰਕਾਰੀ ਤੌਰ ਤੇ ਭਾਵੇਂ ਕਾਨੂੰਨ ਪਾਸ ਕੀਤਾ ਗਿਆ ਜਾਂ ਨਹੀਂ ਕੀਤਾ ਗਿਆ, ਹੁਣ ਜਦੋਂ ਅਸੀਂ ਬੋਲਦੇ ਹਾਂ ਤੇ ਜਿਹੜਾ ਹੈ RSS ਦੀ ਜਿਹੜੀ ਬੈਕ ਜਿਹੜੀਆਂ ਸੰਸਥਾਵਾਂ ਹੈਗੀਆਂ ਉਹ ਤੁਹਾਡੇ ਕਾਊਂਟਰ ਕਰਨਾ ਸ਼ੁਰੂ ਕਰ ਦਿੰਦੀਆਂ, ਤੁਹਾਨੂੰ ਟਰੋਲ ਕਰਦੀਆਂ, ਮੀਡੀਆ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਾਂ ਸਰਕਾਰ ਸੈਡੀਸ਼ਨ ਐਕਟ ਦਾ ਬੇਤਹਾਸ਼ਾ ਜਿਹੜਾ ਹੈਗਾ ਇਸਤੇਮਾਲ ਕਰਕੇ ਲੋਕਾਂ ਨੂੰ ਡਰਾ ਰਹੀ ਹੈ। ਇੱਕ ਡਰ ਤੇ ਸਹਿਮ ਦਾ ਮਾਹੌਲ ਬਣਦਾ ਜਾ ਰਿਹਾ। ਇਸ ਤੋਂ ਜ਼ਿਆਦਾ ਜਿਹੜਾ ਹੈ ਖਤਰਨਾਕ ਮਾਹੌਲ ਉਸ ਵੇਲੇ ਸੀਗਾ ਔਰ ਹੁਣ ਅਸੀਂ ਉਸ ਪਾਸੇ ਨੂੰ ਜਾ ਰਹੇ ਹਾਂ। ਜੇ ਜਿਹੜਾ ਹੈ ਸਿਲਸਿਲਾ ਨਾ ਹਟਿਆ ਤਾਂ ਤਕਰੀਬਨ ਉਹੋ ਜਿਹੇ ਹੀ ਹਾਲਾਤ ਜਿਹੜੇ ਹੈ ਉਹ ਹੁੰਦੇ ਚਲੇ ਜਾਣਗੇ। ਸੋ ਬਹੁਤ ਹੀ ਜਿਹੜਾ ਹੈ ਉਹ ਭਿਆਨਕ ਸਮਾਂ ਸੀਗਾ ਜਿਹੜਾ। ਔਰ ਇਹ ਮਾਰਚ 1977 ਤੱਕ ਐਮਰਜੈਂਸੀ ਲੱਗੀ ਰਹੀ। ਮਾਰਚ 1977 ਦੇ ਵਿੱਚ ਜਿਹੜੀਆਂ ਆਮ ਚੋਣਾਂ ਫਿਰ ਕਰਵਾਈਆਂ ਗਈਆਂ, ਉਸ ਦੇ ਵਿੱਚ ਕਾਂਗਰਸ ਨੂੰ ਸੱਤਾ ਤੋਂ ਬਾਹਰ ਕੀਤਾ ਗਿਆ। ਮਿਸਿਸ ਗਾਂਧੀ ਰਾਏਬਰੇਲੀ ਤੋਂ ਇਲੈਕਸ਼ਨ ਹਾਰੇ, 55,000 ਦਾ ਮਾਰਜਨ ਸੀ, ਮੈਨੂੰ ਅੱਜ ਵੀ ਯਾਦ ਹੈ। ਰਾਜ ਨਾਰਾਇਣ ਨੇ ਉਹਨਾਂ ਨੂੰ ਹਰਾਇਆ ਸੀ। ਇਸੇ ਤਰ੍ਹਾਂ ਅਮੇਠੀ ਤੋਂ ਸੰਜੇ ਗਾਂਧੀ ਵੀ ਇਲੈਕਸ਼ਨ ਹਾਰ ਗਏ ਸੀ। ਬਹੁਤ ਸਾਰੇ ਕਾਂਗਰਸ ਦੇ ਜਿਹੜੇ ਲੀਡਰ ਸੀਗੇ ਇਲੈਕਸ਼ਨ ਹਾਰ ਗਏ ਸੀ। ਕਾਂਗਰਸ ਨੂੰ ਉਸ ਵੇਲੇ 55 ਸੀਟਾਂ ਮਿਲੀਆਂ ਸੀ, ਮੈਨੂੰ ਅੱਜ ਵੀ ਯਾਦ ਹੈ, ਸਾਰੀ ਲੋਕ ਸਭਾ ਦੇ ਵਿੱਚ। ਸੋ ਆਪੋਜੀਸ਼ਨ ਜਿਹੜੀ ਕੰਬਾਈਨਡ ਆਪੋਜੀਸ਼ਨ ਹੈ, ਜਿਹਨੂੰ ਜਨਤਾ ਪਾਰਟੀ ਕਿਹਾ ਗਿਆ ਸੀ ਉਸ ਵੇਲੇ, ਜਿਹੜੀ ਬਣੀ ਸੀ, ਜਿਹਦੇ 'ਚ ਸਾਰੇ ਵਿਰੋਧੀ ਦਲ ਸ਼ਾਮਿਲ ਹੋ ਗਏ ਸੀ, ਉਹਨਾਂ ਨੂੰ ਕਾਫੀ ਵੱਡੀ ਜਿਹੜੀ ਹੈ ਬਹੁਮਤ ਮਿਲੀ ਔਰ ਉਹਨਾਂ ਦੀ ਸਰਕਾਰ ਜਿਹੜੀ ਹੈ ਬਣੀ। ਮੁਰਾਰਜੀ ਦੇਸਾਈ ਜਿਹੜੇ ਕਿਸੇ ਵੇਲੇ ਜਵਾਹਰ ਲਾਲ ਨਹਿਰੂ ਦੇ ਖਜ਼ਾਨਾ ਮੰਤਰੀ ਹੁੰਦੇ ਸੀਗੇ, ਫਿਰ ਉਹ ਕਾਂਗਰਸ ਚੋਂ ਜਦੋਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਬਣੀ ਉਹ ਕਾਂਗਰਸ ਛੱਡ ਗਏ, ਕਾਂਗਰਸ ਸਪਲਿਟ ਹੋਈ, ਉਹ ਪ੍ਰਧਾਨ ਮੰਤਰੀ ਬਣੇ ਸੀ ਮੁਰਾਰਜੀ ਦੇਸਾਈ 1977 ਦੇ ਵਿੱਚ।
ਸੋ ਇਹ ਐਮਰਜੈਂਸੀ ਦੇ ਜਿਹੜੇ ਕਿੰਨਾ ਟਾਈਮ ਹਾਲਾਤ ਅਜਿਹੇ ਹੀ ਚੱਲੇ? ਤੁਸੀਂ ਦੇਖੋ 25 ਜੂਨ 75 ਤੋਂ ਲੈ ਕੇ ਮਾਰਚ 77 ਤੱਕ ਜਿਹੜਾ ਹੈ, ਤੁਸੀਂ ਇਸ ਨੂੰ ਗਿਣ ਲਓ, ਤਕਰੀਬਨ 28 ਮਹੀਨੇ ਦਾ ਸਮਾਂ ਜਿਹੜਾ ਅਸੀਂ ਕਹਿੰਦੇ ਹਾਂ, 28 ਜਾਂ ਕਹਿ ਲਓ 30 ਮਹੀਨੇ ਦਾ ਸਮਾਂ ਹੈ ਜਿਸ ਦੌਰਾਨ ਇਹ ਹਾਲਾਤ ਰਹੇ। ਔਰ ਆ ਕੇ ਜਨਵਰੀ 1977 ਦੇ ਵਿੱਚ, ਜਨਵਰੀ ਦੇ ਐਂਡ ਦੇ 1977 ਚ ਮਿਸਿਸ ਗਾਂਧੀ ਨੇ ਫਿਰ ਅਨਾਊਂਸ ਕੀਤਾ ਕਿ ਦੇਸ਼ ਦੇ ਵਿੱਚ ਚੁਣਾਵ ਕਰਾਏ ਜਾਣਗੇ, ਔਰ ਫਿਰ ਉਹਨਾਂ ਨੇ ਐਮਰਜੈਂਸੀ ਹਟਾਈ ਔਰ ਲੋਕਾਂ ਨੂੰ ਰਿਹਾ ਕਰਨਾ ਸ਼ੁਰੂ ਕੀਤਾ, ਕਿਉਂਕਿ ਉਦੋਂ ਤੱਕ ਉਹਨਾਂ ਨੂੰ ਜਿਹੜਾ ਹੈ ਲੱਗਦਾ ਸੀ ਕਿ ਮੈਂ ਇਲੈਕਸ਼ਨ ਕਰਾਵਾਂ ਤਾਂ ਮੈਂ ਜਿੱਤ ਜਾਊਂਗੀ। तो उन्होंने इलेक्शन कराए, लेकिन बहुत बुरी तरह कांग्रेस हारी और आप भी वो इलेक्शन हारे और संजय गांधी भी इलेक्शन हारे, और बहुत सारे कांग्रेस के सीनियर लीडर ਜਿਹੜੇ ਹੈ ਇਲੈਕਸ਼ਨ ਹਾਰ ਗਏ ਸੀ। ਲੋਕਾਂ ਦਾ ਰੋਹ ਸੀ ਕਿ ਇਸ ਤਰੀਕੇ ਨਾਲ ਇਹਨਾਂ ਨੇ ਕੀਤਾ ਹੈਗਾ, ਤੇ ਇਸ ਕਰਕੇ ਫਿਰ ਉਹ ਸਾਰਾ। ਹੁਣ ਹਾਲਾਤ ਕਿੰਨੇ ਕੁ ਮੇਲ ਖਾਂਦੇ ਆ ਉਸ ਸਮੇਂ ਦੇ ਹਾਲਾਤਾਂ ਦੇ ਨਾਲ ਕਿ ਅੱਜ ਵੀ ਅਜਿਹਾ ਕਦਮ ਸਰਕਾਰ ਦੇ ਵੱਲੋਂ ਚੱਕਿਆ ਜਾ ਸਕਦਾ ਜਿਸ ਤਰ੍ਹਾਂ ਸਰਕਾਰ ਦੇ ਖਿਲਾਫ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਲਗਾਤਾਰ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਅੰਦੋਲਨ, ਧਰਨੇ, ਲੋਕ ਨਾ ਖੁਸ਼ ਨੇ, ਬਾਰਡਰਾਂ ਤੇ ਜਿਹੜੀ ਹੈ ਨੌਜਵਾਨਾਂ ਦੀ ਜਿਹੜੀ ਹੱਤਿਆ ਹੋ ਰਹੀ ਹੈ, ਬਾਹਰਲੇ ਜਿਹੜੇ ਦੇਸ਼ਾਂ ਤੋਂ ਜਾਂ ਅੱਤਵਾਦੀਆਂ ਦੇ ਵੱਲੋਂ, ਜਾਂ ਫਿਰ ਅੰਦਰ ਭਾਰਤ ਦੇ ਜਿਹੋ ਜਿਹੇ ਹਾਲਾਤ ਨੇ, ਧੀਆਂ ਦੇ ਬਲਾਤਕਾਰ ਹੋ ਰਹੇ ਨੇ, ਮਰਡਰ ਹੋ ਰਹੇ ਨੇ, ਹਾਲਾਤਾਂ ਨੂੰ ਦੇਖਦੇ ਹਾਲਾਤ ਖਰਾਬ ਹੋ ਰਹੇ ਨੇ, नो डाउट अनरेस्ट है, समाजिक अफरा तफरी फैली हुई है, लेकिन एक बहुत बड़ा फर्क है, इस वेले ओपोजिशन पार्टियां ਜਿਹੜੀਆਂ ਹੈ बहुत ही ਜ਼ਿਆਦਾ ਜਿਹੜੀਆਂ ਕਮਜ਼ੋਰ ਹੋਈਆਂ ਹੋਈਆਂ, ਕੋਈ ਨੇਤਾ ਨਹੀਂ ਹੈ ਉਹਨਾਂ ਨੂੰ ਇਕੱਠਾ ਕਰਨ ਵਾਲਾ। ਯਾਨੀ ਜੋ ਰੋਲ ਉਸ ਵੇਲੇ ਜੈ ਪ੍ਰਕਾਸ਼ ਨਾਰਾਇਣ ਨੇ ਪਲੇ ਕੀਤਾ ਸੀਗਾ, ਇਸ ਵੇਲੇ ਸਾਡੇ ਕੋਲ ਕੋਈ ਇੱਦਾਂ ਦੀ ਸੈਂਟਰਲ ਅਥਾਰਟੀ ਜਿਹੜੀ ਹੈ, ਸੈਂਟਰਲ ਪਬਲਿਕ ਅਥਾਰਟੀ ਜਾਂ ਸੈਂਟਰਲ ਲੀਡਰਸ਼ਿਪ ਨਹੀਂ ਹੈ ਜਿਹਦੇ ਨਾਂ ਦੇ ਨਾਲ ਲੋਕ ਜਾਂ ਪੋਲੀਟੀਕਲ ਪਾਰਟੀਆਂ ਇਕੱਠੀਆਂ ਹੋ ਜਾਣ। ਇਸੇ ਚੀਜ਼ ਦਾ ਫਾਇਦਾ ਜਿਹੜਾ ਹੈ ਇਹ ਮੌਜੂਦਾ ਐਨਡੀਏ ਗਵਰਨਮੈਂਟ ਉਠਾ ਰਹੀ ਹੈ ਕਿ ਆਪੋਜੀਸ਼ਨ ਦਾ ਨਾਮ ਹੀ ਨਹੀਂ ਹੈ। ਲੋਕ ਸਭਾ ਦੇ ਵਿੱਚ ਆਪੋਜੀਸ਼ਨ ਉਸ ਤਰ੍ਹਾਂ ਦੀ ਹੈ ਹੀ ਨਹੀਂ। ਕਾਂਗਰਸ ਪਾਰਟੀ ਜਿਹੜੀ ਹੈ, ਜਿਹਦਾ ਰੋਲ ਹੈ ਆਪੋਜੀਸ਼ਨ ਦਾ, ਉਹਨਾਂ ਦੀ ਆਪਣਾ ਲੀਡਰਸ਼ਿਪ ਕ੍ਰਾਈਸਿਸ ਚੱਲਿਆ ਹੋਇਆ। तो लेकिन ਇਹ ਹੈ ਕਿ ਹਾਲਾਤ ਨੂੰ ਕੰਟਰੋਲ ਕਰਨ ਲਈ ਜਾਂ ਕੁਝ ਵੀ ਕਿਉਂਕਿ ਇਹ ਸਰਕਾਰ ਜਿਹੜੀ ਹੈ ਇਹਦੇ ਪਿੱਛੇ ਇੱਕ ਵਿਚਾਰਧਾਰਾ ਕਾਇਮ ਜਿਹੜੀ ਹੈ ਚੱਲਦੀ ਹੈ। ਮਿਸਿਸ ਗਾਂਧੀ ਦੀ ਜਿਹੜੀ ਸਰਕਾਰ ਹੈ ਉਹਦੇ ਪਿੱਛੇ ਸਿਰਫ ਉਹਦੀ ਪਰਸਨਲ ਐਂਬੀਸ਼ਨ ਸੀਗੀ, ਉਹਦੇ ਪਿੱਛੇ ਕੋਈ ਇਸ ਤਰ੍ਹਾਂ ਦੀ ਵਿਚਾਰਧਾਰਾ ਨਹੀਂ ਸੀ ਜਿਸ ਨੂੰ ਮਜਬੂਰ ਕੀਤਾ ਹੋਵੇ ਕਿ ਅਸੀਂ ਇਸ ਦੇਸ਼ ਦਾ ਲੋਕਤੰਤਰ ਜਿਹੜਾ ਹੈ ਉਸ ਨੂੰ ਢਾਉਣਾ ਹੈ। ਇੱਥੇ ਇੱਕ ਵਿਚਾਰਧਾਰਾ ਹੈਗੀ ਹੈ, ਉਹ ਵਿਚਾਰਧਾਰਾ ਜਿਹੜੀ ਹੈਗੀ ਹੈ ਉਹ ਲੋਕਤੰਤਰੀ ਬਿਲਕੁਲ ਨਹੀਂ ਹੈਗੀ। ਔਰ ਹੋ ਸਕਦਾ ਹੈ ਕਿਸੇ ਵੇਲੇ ਜਿੱਦਾਂ ਇਸ ਦੇਸ਼ ਦੇ ਵਿੱਚ ਜਿਹੜੀਆਂ ਹੈ ਓਵਰਨਾਈਟ ਇਸ ਤਰ੍ਹਾਂ ਦੇ ਡਿਸੀਜਨ ਸਰਕਾਰ ਲੈਂਦੀ ਰਹੀ ਜਿਹਦੇ ਬਾਰੇ ਲੋਕਾਂ ਨੂੰ ਸਵੇਰੇ ਹੀ ਪਤਾ ਲੱਗਦਾ ਸੀ ਕਿ ਇਹ ਫੈਸਲਾ ਹੋ ਗਿਆ, ਤਾਂ ਕੋਈ ਅਤਕਥਨੀ ਨਹੀਂ ਹੋਏਗੀ ਕਿ ਜੇ ਉਸ ਤਰ੍ਹਾਂ ਦਾ ਕੋਈ ਕਰ ਲਿਆ ਜਾਵੇ ਇੱਥੇ ਜਿਹੜਾ ਹੋ ਜਾਵੇ। ਲੇਕਿਨ ਮੈਂ ਜਿਸ ਤਰ੍ਹਾਂ ਕਿਹਾ ਕਿ ਇਸ ਵੇਲੇ ਜਿਹੜੀ ਆਪੋਜੀਸ਼ਨ ਹੈ ਉਸ ਦੇ ਹਾਲਾਤ ਜਿਹੜੇ ਹੈ ਉਹ ਕਾਫੀ ਖਰਾਬ ਹੈ। ਉਸ ਵੇਲੇ ਆਪੋਜੀਸ਼ਨ ਕਾਫੀ ਸਟਰੋਂਗ ਸੀ ਔਰ ਜੈ ਪ੍ਰਕਾਸ਼ ਨਾਰਾਇਣ ਦੀ ਅਗਵਾਈ ਸਾਰੀ ਆਪੋਜੀਸ਼ਨ ਇਕੱਠੀ ਹੋ ਗਈ ਸੀ ਔਰ ਉਹਨਾਂ ਨੇ ਚੋਣ ਦੇ ਵਿੱਚ ਹਰਾਇਆ ਸੀਗਾ। तो इस वेले स्थिति ਜਿਹੜੀ ਹੈਗੀ ਹੈ ਉਹ ਬੜਾ ਫਰਕ ਹੈ ਉਹਦੇ ਨਾਲੋਂ, ਲੇਕਿਨ ਹਾਲਾਤ ਜਿਹੜੇ ਗਰਾਊਂਡ ਰਿਐਲਿਟੀਜ਼ ਸੇਮ ਨੇ, ਇਹਦੇ 'ਚ ਕੋਈ ਦੋ ਰਾਏ ਨਹੀਂ। ਪਰ ਜੇ ਫਿਰ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਉਸ ਟਾਈਮ ਆਪੋਜੀਸ਼ਨ ਇਕੱਠੀ ਹੋ ਗਈ ਸੀ, ਜੇ ਰੱਬ ਨਾ ਕਰੇ ਅੱਜ ਉਹ ਜਿਹੀ ਸਥਿਤੀ ਬਣਦੀ ਹੈ ਤਾਂ ਫਿਰ ਹਾਲਾਤ ਵੱਧ ਤੋਂ ਬੱਤਰ ਹੋ ਜਾਣਗੇ। ਹਾਂ, ਜ਼ਾਹਿਰ ਹੈ ਜੇ ਆਪੋਜੀਸ਼ਨ ਇਕੱਠੀ ਹੁੰਦੀ ਹੈ, ਇਮਰਜ ਹੁੰਦੀ ਹੈ ਵਿਦ ਦੀ ਪੈਸੇਜ ਆਫ ਟਾਈਮ, ਕਿਉਂਕਿ ਅਗਲੀਆਂ ਚੋਣਾਂ ਜਿਹੜੀਆਂ ਹੈ 2024 'ਚ ਹੋਣੀਆਂ ਲੋਕ ਸਭਾ ਦੀਆਂ, ਉਸ ਤੋਂ ਪਹਿਲਾਂ ਜੇ ਆਪੋਜੀਸ਼ਨ ਦਾ ਵਿੱਚ ਕੋਈ ਲੀਡਰਸ਼ਿਪ ਇਮਰਜ ਹੁੰਦੀ ਹੈ, ਇਕੱਠੇ ਹੋ ਜਾਂਦੀ ਹੈ, ਤਾਂ ਫਿਰ ਇਸ ਸਰਕਾਰ ਨੂੰ ਬਹੁਤ ਬੜਾ ਚੈਲੰਜ ਹੋ ਜਾਏਗਾ। ਤੇ ਫਿਰ ਹੋ ਸਕਦਾ ਉਸ ਚੈਲੰਜ ਦੀ ਸਥਿਤੀ ਨੂੰ ਨਿਪਟਣ ਲਈ ਇਹ ਵੀ ਕੋਈ ਉਸ ਤਰ੍ਹਾਂ ਦੀ ਜਿਹੜੀ ਹੈਗੀ ਹੈ ਸੋਚ ਤੋਂ ਕੰਮ ਲੈਣ ਔਰ ਕੋਈ ਉਸ ਧਾਰਾ ਦਾ ਦੁਰਉਪਯੋਗ ਕਰਨ ਦੀ ਕੋਸ਼ਿਸ਼ ਕਰਨ। ਪਰ ਇਹ ਹੈ ਕਿ ਇਹਨਾਂ ਦੇ ਕੋਲ ਆਪਣਾ ਇੱਕ ਬੜਾ ਜ਼ਬਰਦਸਤ ਕਾਡਰ ਹੈ। ਅਸੀਂ ਦੇਖਦੇ ਹਾਂ ਜਿਨ੍ਹਾਂ ਸਟੇਟਸ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ, ਉੱਥੇ ਸਰਕਾਰ ਦੀ ਜਿਹੜੀ ਮਸ਼ੀਨਰੀ ਉਹ ਕੁਝ ਕਰੇ ਜਾਂ ਨਾ ਕਰੇ ਉਹਦਾ ਵੀ ਕੰਟਰੋਵਰਸ਼ੀਅਲ ਰੋਲ ਹੈ। ਲੇਕਿਨ ਇਹਨਾਂ ਦੇ ਜਿਹੜੀਆਂ ਆਰਗੇਨਾਈਜੇਸ਼ਨਸ ਨੇ, ਬਜਰੰਗ ਦਲ ਹੋ ਗਿਆ, ਵਿਸ਼ਵ ਹਿੰਦੂ ਪਰਿਸ਼ਦ ਹੋ ਗਈ, ਜਾਂ ਹੋਰ ਬੜੀਆਂ ਜਿਹੜੀ ਸੰਘ ਪਰਿਵਾਰ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਉਹਨਾਂ ਦੀ ਆਰਗੇਨਾਈਜੇਸ਼ਨ ਦੇ ਜਿਹੜੇ ਕਾਡਰ ਹੈ ਉਹਨਾਂ ਨੇ ਹੀ ਬੜਾ ਕੁਛ ਜਿਹੜਾ ਹੈ ਪੁੱਠਾ ਸਿੱਧਾ ਕੀਤਾ, ਦੰਗੇ ਕਰਵਾਏ, ਲੋਕਾਂ ਨੂੰ ਮਾਰਿਆ, ਲਿੰਚਿੰਗ ਕੀਤੀ। ਸੋ ਲੇਕਿਨ ਕਾਂਗਰਸ ਪਾਰਟੀ ਦੇ ਵਿੱਚ ਇਸ ਤਰ੍ਹਾਂ ਦੇ ਉਸ ਵੇਲੇ ਕੋਈ ਕਾਡਰ ਨਹੀਂ ਸੀਗੇ, ਕਿਉਂਕਿ ਕਾਂਗਰਸ ਪਾਰਟੀ ਕਾਡਰ ਬੇਸਡ ਪਾਰਟੀ ਸੀਗੀ ਨਹੀਂ। ਤੋ ਇਹ ਉਸ ਪਾਸੇ ਨੂੰ ਜਾ ਸਕਦਾ ਹੈ, ਇਹ ਉਹਨਾਂ ਦਾ ਦੁਰਉਪਯੋਗ ਆਪਣੀਆਂ ਜਿਹੜੀਆਂ ਸੰਸਥਾਵਾਂ ਹੈ ਉਹਨਾਂ ਨੂੰ ਕਰ ਸਕਦੇ ਹੈ। ਸੋ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜਿਸ ਤਰੀਕੇ ਨਾਲ ਰਾਹੁਲ ਗਾਂਧੀ ਨੇ ਇਹ ਜਿਹੜੀ ਗੱਲ ਕਹੀ ਹੈ ਕਿ ਉਹ ਫੈਸਲਾ ਗਲਤ ਸੀ, ਗਲਤੀ ਹੈ, ਤਾਂ ਸਿੰਪੈਥੀ ਲੈਣ ਦੀ ਇੱਕ ਤਰੀਕੇ ਦੇ ਨਾਲ ਕੋਸ਼ਿਸ਼ ਹੈ। ਤਾਂ ਬਹੁਤ ਸਾਰੇ ਲੋਕ ਸਵਾਲ ਵੀ ਚੁੱਕਦੇ ਨੇ ਕਿ ਤੁਹਾਡੀ ਦਾਦੀ ਨੇ ਸਿਰਫ ਇਹੀ ਫੈਸਲੇ ਨਹੀਂ ਲਏ, ਹੋਰ ਵੀ ਬਹੁਤ ਸਾਰੇ ਫੈਸਲੇ ਲਏ, ਜਿਵੇਂ 84 ਜਿਹੜੀ ਹੋਈ ਹੈ, 84 ਦੇ ਵਿੱਚ ਜਿਹੜਾ ਢਾਇਆ ਗਿਆ ਸੀ, ਹਰਿਮੰਦਰ ਸਾਹਿਬ ਢਾਇਆ ਗਿਆ ਸੀ, ਤਾਂ ਉਹਨਾਂ ਲਈ ਵੀ ਕਹਿੰਦੇ ਮਾਫੀ ਮੰਗਣੀ ਚਾਹੀਦੀ ਹੈ। ਕੀ ਲੱਗਦਾ ਹੈ ਕਿ ਰਾਹੁਲ ਗਾਂਧੀ ਜੇਕਰ 84 ਲਈ ਮਾਫੀ ਮੰਗ ਲੈਂਦੇ ਨੇ, ਐਮਰਜੈਂਸੀ ਦੇ ਲਈ ਮਾਫੀ ਮੰਗੀ ਹੈ, ਕਿ ਉਸ ਨੂੰ ਰਾਜਨੀਤੀ ਦੇ ਵਿੱਚ ਕੁਝ ਫਾਇਦਾ ਹੋਣ ਵਾਲਾ ਹੈ ਇਹਨਾਂ ਚੀਜ਼ਾਂ ਦਾ? ਦੇਖੋ, ਇਸ ਤਰ੍ਹਾਂ ਹੁੰਦਾ ਕਿ
ਜਦੋਂ ਇੱਕ ਬਹੁਤ ਸਾਲਾਂ ਬਾਅਦ ਇਤਿਹਾਸਿਕ ਤੌਰ ਦੇ ਉੱਤੇ ਕੁਝ ਚੀਜ਼ਾਂ ਹੁੰਦੀਆਂ, ਮੈਂ ਜਿਸ ਤਰ੍ਹਾਂ ਕਿਹਾ ਕਿ ਗਲਤੀਆਂ ਹੁੰਦੀਆਂ, ਔਰ ਕਈ ਵਾਰੀ ਕੀ ਹੁੰਦਾ ਹੈ, ਆਵਾਜ਼ ਉੱਠਦੀ ਹੈ ਕਿ ਜੀ ਉਸ ਦੀ ਗਲਤੀ ਦੀ ਮਾਫੀ ਮੰਗੀ ਜਾਵੇ। ਜਿਸ ਤਰ੍ਹਾਂ ਜਾਪਾਨ ਦੇ ਵਿੱਚ ਪ੍ਰਧਾਨ ਮੰਤਰੀ ਜਿਹੜੇ ਪਿਛਲੇ ਪ੍ਰਧਾਨ ਮੰਤਰੀ ਸੀ ਆਬੇ ਸ਼ਿੰਜ਼ੋ, ਉਹਨਾਂ ਨੇ ਜਿਹੜਾ ਹੈ ਚੀਨ ਦੇ ਲੋਕਾਂ ਤੋਂ ਮਾਫੀ ਮੰਗੀ ਸੀ ਕਿ ਕਿਸ ਤਰੀਕੇ ਨਾਲ ਚੀਨ ਦੇ ਵਿੱਚ ਜਾਪਾਨੀ ਫੌਜ ਜਦੋਂ ਗਈ, ਜਲਿਆਂਵਾਲੇ ਬਾਗ ਦੇ ਸੰਬੰਧਿਤ ਵੀ ਜਲਿਆਂਵਾਲੇ ਬਾਗ ਦੇ ਉੱਤੇ ਕੀਤਾ ਜਾਂਦਾ ਹੈ, ਜਾਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਜਿਹੜਾ ਹੈ ਉਥੋਂ ਦੇ ਨੇਟਿਵਸ ਤੋਂ ਮਾਫੀ ਮੰਗੀ, ਇਸ ਤਰ੍ਹਾਂ ਚੱਲਦਾ ਹੈਗਾ। ਤੋ ਇਹ ਜਿਹੜੀ ਹੈ ਇੱਕ ਕਿਸਮ ਦਾ ਇਸ ਨੂੰ ਚੰਗਾ ਜੈਸਚਰ ਸਮਝਿਆ ਜਾਂਦਾ ਕਿ ਠੀਕ ਹੈ, ਜਿਹੜਾ ਬਿਟਰ ਪਾਸਟ ਹੈ, ਕੌੜਾ ਜਿਹੜਾ ਪਾਸਟ ਰਿਹਾ ਹੈ, ਉਸ ਨੂੰ ਜਿਹੜਾ ਹੈ ਲੋਕ ਭੁਲਾਉਣ ਦੇ ਵਿੱਚ ਇਹ ਮਦਦ ਸਹਾਈ ਹੁੰਦੀ ਹੈ ਇਹ ਗੱਲ। ਤੋ ਕੋਈ ਹਰਜ਼ ਨਹੀਂ ਹੈ ਜੇ ਰਾਹੁਲ ਗਾਂਧੀ ਜਿਹੜੇ ਹੈ ਜਾਂ ਕਾਂਗਰਸ ਦੀ ਜਿਹੜੀ ਪ੍ਰਧਾਨ ਹੈ ਸੋਨੀਆ ਗਾਂਧੀ ਇਸ ਵੇਲੇ, ਜਾਂ ਨਹਿਰੂ ਫੈਮਿਲੀ ਜਾਂ ਗਾਂਧੀ ਫੈਮਿਲੀ ਜਿਹੜੀ ਹੈ, ਉਹ ਇਹ ਕਹੇ ਕਿ ਕੁਝ ਗਲਤੀਆਂ ਸਾਡੇ ਕੋਲ ਹੋਈਆਂ, ਜਿਨ੍ਹਾਂ ਦੇ ਵਿੱਚ ਇਹ ਵੀ ਹੈ, ਔਰ ਜਿਹੜਾ ਆਪਰੇਸ਼ਨ ਬਲੂ ਸਟਾਰ ਵੀ ਹੈ, ਔਰ ਉਹਨਾਂ ਦੇ ਤੋਂ ਮਾਫੀ ਮੰਗ ਲਈ ਜਾਏ, ਤਾਂ ਕੋਈ ਮਾੜੀ ਗੱਲ ਵੀ ਨਹੀਂ ਹੈ। ਦੂਸਰਾ ਗੱਲ ਹੈ ਕਿ ਇਹ ਕੋਈ ਅਬ ਜਿਹੜਾ ਹੈ ਇਸ ਨੂੰ ਕੋਟ ਕੀਤਾ ਜਾਂਦਾ, ਲੇਕਿਨ ਐਡਾ ਕੋਈ ਵਜ਼ਨ ਜਿਹੜਾ ਹੈ ਲੋਕਾਂ ਦੇ ਉੱਤੇ ਨਹੀਂ ਹੁੰਦਾ ਇਹਨਾਂ ਘਟਨਾਵਾਂ ਦਾ। ਅਸੀਂ ਦੇਖਦੇ ਹਾਂ ਕਿ ਐਮਰਜੈਂਸੀ ਤੋਂ ਬਾਅਦ ਔਰ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਦੇਸ਼ ਦੇ ਵਿੱਚ ਕਈ ਵਾਰੀ ਕਾਂਗਰਸ ਸਰਕਾਰ ਬਣੀ, ਪੰਜਾਬ ਦੇ ਵਿੱਚ ਇਲੈਕਸ਼ਨ ਦੇ ਵਿੱਚ ਕਾਂਗਰਸ ਕਈ ਵਾਰੀ ਜਿੱਤੀ, ਕਾਂਗਰਸ ਦੀ ਸਰਕਾਰ ਪੰਜਾਬ 'ਚ ਬਣੀ। ਸੋ ਐਜ਼ ਇਟ ਇਜ਼ ਉਹਦਾ ਕੋਈ ਐਡਾ ਵੱਡਾ ਕੋਈ ਸੀਰੀਅਸਲੀ ਉਸ ਨੂੰ ਨਹੀਂ ਲਿਆ ਜਾਂਦਾ। ਹਾਂ, ਗੱਲ ਕਹਿਣ ਨੂੰ ਹੋ ਜਾਂਦੀ ਹੈ ਕਿ ਇਸ ਪਾਰਟੀ ਦੀ ਸਰਕਾਰ ਨੇ ਜਾਂ ਫਲਾਂ ਲੀਡਰ ਨੇ ਇਹ ਫੈਸਲਾ ਲਿਆ ਸੀਗਾ, ਉਹ ਫਿਰ ਪਬਲਿਕ ਡਿਬੇਟ ਦੇ ਵਿੱਚ ਚਲਾ ਜਾਂਦਾ ਹੈ। ਤੋ ਕੋਈ ਹਰਜ਼ ਨਹੀਂ ਹੈ, ਉਹਦਾ ਕੋਈ ਨੁਕਸਾਨ ਵੀ ਨਹੀਂ ਹੈ। ਜੇ ਕੋਈ ਬਹੁਤਾ ਫਾਇਦਾ ਨਹੀਂ ਤਾਂ ਨੁਕਸਾਨ ਵੀ ਨਹੀਂ ਹੈ। ਬਿਲਕੁਲ। ਤਾਂ ਭੋਗਲ ਸਾਹਿਬ, ਤੁਸੀਂ ਸਾਡੇ ਨਾਲ ਜੁੜੇ, ਇਸ ਅਹਿਮ ਮੁੱਦੇ ਦੇ ਉੱਪਰ ਜਿਹੜਾ ਸਾਡੇ ਨਾਲ ਗੱਲਬਾਤ ਕੀਤੀ, ਹਾਲਾਤਾਂ ਤੋਂ 1975 ਦਿਆਂ ਤੋਂ ਤੇ ਅੱਜ ਦੇ ਹਾਲਾਤਾਂ ਤੋਂ ਸਾਨੂੰ ਜਾਣੂ ਕਰਵਾਇਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਤੁਹਾਡਾ, ਔਰ ਮੈਨੂੰ ਉਮੀਦ ਹੈ ਕਿ ਇਹ ਗੱਲਬਾਤ ਸਾਡੇ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਈ ਹੋਏਗੀ, ਕਿਉਂਕਿ ਇਹਦੇ 'ਚ ਭਾਰਤ ਦੇ ਇਤਿਹਾਸ ਦਾ ਜ਼ਿਕਰ ਜਿਹੜਾ ਹੈ ਉਹ ਹੈ, ਔਰ ਨਵੀਂ ਪੀੜ੍ਹੀ ਜਿਹੜੀ ਹੈ ਇਸ ਨੂੰ ਜ਼ਰੂਰ ਸੁਣ ਕੇ ਇਸ ਤੋਂ ਫਾਇਦਾ ਉਠਾਏਗੀ। ਧੰਨਵਾਦ। ਬਿਲਕੁਲ। ਤਾਂ ਇਹ ਸਨ ਪ੍ਰੋਫੈਸਰ PS ਭੋਗਲ ਸਾਹਿਬ, ਜਿਨ੍ਹਾਂ ਦੇ ਵੱਲੋਂ ਸਾਨੂੰ ਹਰ ਇੱਕ ਮੁੱਦੇ ਤੋਂ, ਜੋ ਐਮਰਜੈਂਸੀ ਦੇ ਦੌਰਾਨ ਜੋ ਵੀ ਘਟਨਾ ਵਾਪਰੀ, ਕੀ ਹਾਲਾਤ ਬਣੇ ਉਸ ਟਾਈਮ, ਕਿੰਨਾਂ ਕਾਰਨਾਂ ਦੇ ਕਰਕੇ ਐਮਰਜੈਂਸੀ ਲਗਾਉਣੀ ਪਈ, ਸਾਰਾ ਜਾਣੂ ਕਰਵਾਇਆ ਸਾਨੂੰ, ਤੇ ਅੱਜ ਦੇ ਹਾਲਾਤ ਕਿਸ ਤਰੀਕੇ ਦੇ ਨਾਲ ਨੇ। ਖਾਸ ਤੌਰ ਤੇ ਇਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਉਸ ਟਾਈਮ ਜਦੋਂ ਇਹ ਹਾਲਾਤ ਬਣੇ ਸੀ ਤਾਂ ਉਸ ਟਾਈਮ ਜਿਹੜੀ ਵਿਰੋਧੀ ਧਿਰ ਸੀ ਉਹ ਕਾਫੀ ਜ਼ਿਆਦਾ ਸਟਰੋਂਗ ਸੀ। ਇੱਕ ਝੰਡੇ ਥੱਲੇ ਉਹਨਾਂ ਨੇ ਇਕੱਠੇ ਹੋ ਕੇ ਉਹਨਾਂ ਹਾਲਾਤਾਂ ਤੇ ਕਾਬੂ ਪਾਉਣ ਦੇ ਵਿੱਚ ਕਾਮਯਾਬੀ ਹਾਸਲ ਕਰ ਲਈ। ਪਰ ਅੱਜ ਇਹਨਾਂ ਦੇ ਜੇਕਰ ਗੱਲ ਮੰਨੀਏ ਤਾਂ ਅੱਜ ਉਹੋ ਜਿਹੇ ਹਾਲਾਤ ਉਸ ਤੇ ਬਿਲਕੁਲ ਉਲਟ ਨਹੀਂ। ਹਾਂ, ਮੋਦੀ ਸਰਕਾਰ ਉਹੋ ਜਿਹੇ ਹਾਲਾਤ ਪੈਦਾ ਜ਼ਰੂਰ ਕਰ ਸਕਦੀ ਹੈ, ਪਰ ਵਿਰੋਧੀ ਧਿਰ ਉਹੋ ਜਿਹੀ ਨਹੀਂ ਸਟਰੋਂਗ। ਵਿਰੋਧੀ ਧਿਰ ਬਹੁਤ ਕਮਜ਼ੋਰ ਹੈ। ਜੇਕਰ ਅਜਿਹੇ ਹਾਲਾਤ ਬਣ ਜਾਂਦੇ ਨੇ ਤਾਂ ਅਜਿਹੇ ਹਾਲਾਤਾਂ ਨੂੰ ਰੋਕਣ ਦੇ ਲਈ ਜੋ ਵਿਰੋਧੀ ਧਿਰ ਦੀ ਭੂਮਿਕਾ ਹੋਣੀ ਚਾਹੀਦੀ ਹੈ, ਹੋ ਸਕਦਾ ਹੈ ਕਿ ਇਹ ਵਿਰੋਧੀ ਧਿਰ ਭੂਮਿਕਾ ਨਾ ਨਿਭਾ ਸਕੇ, ਤੇ ਹੋ ਸਕਦਾ ਕਿ ਅਜਿਹੇ ਹਾਲਾਤ ਲੰਬੇ ਸਮੇਂ ਤੱਕ ਚੱਲ ਸਕਦੇ ਨੇ ਤੇ ਭਾਰਤ ਦੇ ਲੋਕਾਂ ਨੂੰ ਤੇ ਭਾਰਤ ਨੂੰ ਬਹੁਤ ਵੱਡਾ ਨੁਕਸਾਨ ਵੀ ਹੋ ਸਕਦਾ ਜੇਕਰ ਅਜਿਹੇ ਹਾਲਾਤ ਅੱਜ ਦੀ ਸਥਿਤੀ ਦੇ ਵਿੱਚ ਬਣਦੇ ਨੇ। ਉਮੀਦ ਕਰਦੇ ਹਾਂ ਕਿ ਭੋਗਲ ਸਾਹਿਬ ਦੇ ਵੱਲੋਂ ਦਿੱਤੀ ਗਈ ਇਹ ਜਾਣਕਾਰੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਦੁਬਾਰਾ ਫਿਰ ਮਿਲਾਂਗੇ ਪ੍ਰੋਗਰਾਮ ਦੇ ਵਿੱਚ ਕੁਝ ਨਵੇਂ ਵਿਸ਼ੇ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।